ਪੁੰਨ ਪੁੰਨ ਸੀਸਾ ਭਗ ਪੁੰਨ ਪੁੰਨ ਸੀਸਾ ਬੰਦੋਂ ਜੀ ਬਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸੁਨੋ ਤੁਮਾਰੋ ਪੀਰ ਜੋ ਅਬ ਲਗ ਦੂਜੋ ਚੀਨ ਨਹੀਂ ਖੁਦਾਏ ਪਛਾਨਤੇ ਹੈ ਮਾਰਗ ਮਿਲਨ ਨਾ ਲੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਾਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਮਾਂ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਗੁਰੂ ਨਾਨਕ ਦੇ ਪਿਤਾ ਮਹਾਰਾਜ ਪਾਕ ਪਟਨ ਗਏ ਨੇ। ਉੱਥੇ ਬਾਬਾ ਫਰੀਦ ਜੀ ਦਾ ਮੁਰੀਦ ਜਿਸ ਦਾ ਨਾਮ ਸ਼ੇਖ ਬ੍ਰਹਮ ਕਰਕੇ ਆਉਂਦਾ ਹੈ, ਇਹ ਉਸ ਵਕਤ ਬਾਬਾ ਫਰੀਦ ਜੀ ਦੀ ਗੱਦੀ ਤੇ ਸ਼ਸ਼ੋਭਤ ਸੀ। ਸਤਿਗੁਰੂ ਜੀ ਦਾ ਜਿਹੜਾ ਤਰੀਕਾ ਹੈ, ਸਤਿਗੁਰੂ ਜੀ ਦੀ ਜਿਹੜੀ ਜੁਗਤੀ ਹੈ, ਉਹਨਾਂ ਦਾ ਜਿਹੜਾ ਮੈਥਡ ਹੈ, ਢੰਗ ਹੈ, ਇਹ ਸਭ ਤੋਂ ਕੀਮਤੀ ਹੈ।
ਅੱਜ ਵੀ ਤੁਸੀਂ ਵੇਖਿਆ ਹੋਏਗਾ ਕਈ ਆਦਮੀਆਂ ਦੇ ਪਕੌੜੇ ਵਿਕੀ ਜਾਂਦੇ ਨੇ, ਕਈਆਂ ਦਾ ਕੱਪੜਾ ਨਹੀਂ ਵਿਕਦਾ। ਕਈ ਮਨੁੱਖਾਂ ਦੇ ਦਹੀਂ ਭੱਲੇ ਵਿਕੀ ਜਾਂਦੇ ਨੇ, ਕਈਆਂ ਦਾ ਸਪੇਅਰ ਪਾਰਟ ਵੀ ਨਹੀਂ ਵਿਕਦਾ। ਔਰ ਸੇਮ ਟ੍ਰੇਡ ਦੇ ਵਿੱਚ, ਇੱਕੋ ਲਾਈਨ ਦੇ ਵਿੱਚ ਵੀ ਕਈ ਲੋਕ ਐਸੇ ਨੇ, ਉਸੇ ਬਾਜ਼ਾਰ ਵਿੱਚ ਕਈਆਂ ਕੋਲ ਫੁਰਸਤ ਕੋਈ ਨਹੀਂ, ਕਈਆਂ ਕੋਲ ਗਾਹਕ ਕੋਈ ਨਹੀਂ। ਇਹਦੇ ਲਈ ਇੱਕ ਬੜਾ ਸੌਖਾ ਜਿਹਾ ਸਾਡਾ ਜਵਾਬ ਹੈ ਵੀ ਇਹ ਤੇ ਆਪਣੀ ਆਪਣੀ ਕਿਸਮਤ ਹੈ। ਇਹ ਜਵਾਬ ਬਿਲਕੁਲ ਠੀਕ ਹੈ। ਜਿਨ੍ਹਾਂ ਦੀ ਕਿਸਮਤ ਠੀਕ ਹੈ ਉਹਨਾਂ ਨੂੰ ਰੱਬ ਨੇ ਕੰਮ ਵੀ ਦਿੱਤਾ ਹੈ, ਕੰਮ ਕਰਨ ਦਾ ਤਰੀਕਾ ਵੀ ਦਿੱਤਾ ਹੈ। ਇੱਕ ਛੋਟੀ ਜੀ ਕਥਾ ਆਪਾਂ ਬਹੁਤ ਵਾਰੀ ਸਾਂਝੀ ਕੀਤੀ ਹੈ ਕਿ ਕੋਈ ਮੇਰੇ ਵਰਗਾ ਪਿੰਡ ਦੇ ਵਿੱਚ ਨਿੰਮ ਦੀਆਂ ਗੋਲੀਆਂ ਵੇਚਣ ਆ ਗਿਆ। ਇਹਨਾਂ ਦਿਨਾਂ ਵਿੱਚ, ਜਿਹੜੇ ਦਿਨਾਂ 'ਚੋਂ ਆਪਾਂ ਲੰਘ ਰਹੇ ਹਾਂ, ਸਾਵਣ ਦੇ, ਭਾਦੋਂ ਦੇ, ਫੋੜੇ ਫਿੰਸੀਆਂ ਆਮ ਹੋ ਜਾਂਦੇ ਨੇ, ਕੁਝ ਪਸੀਨੇ ਕਰਕੇ, ਕੁਝ ਖੂਨ ਦੀ ਖਰਾਬੀ ਕਰਕੇ। ਔਰ ਉਹਦੇ ਲਈ ਇੱਕ ਮਾਤਰ ਦੇਸੀ ਜੁਗਾੜ ਹੈ ਕਿ ਜਾਂ ਤਾਂ ਨਿੰਮ ਦੇ ਪੱਤੇ ਘੋਟ ਕੇ ਪੀ ਲਓ, ਜਾਂ ਫਿਰ ਨਿੰਮ ਨਾਲ ਸੰਬੰਧਿਤ ਕੋਈ ਤਰੀਕਾ ਬਣਾਓ, ਕੋਈ ਦਵਾਈ ਬਣਾਓ ਤੇ ਉਸ ਨੂੰ ਖਾ ਲਓ। ਹੁਣ ਮੇਰੇ ਵਰਗਾ ਨਿੰਮ ਦੀਆਂ ਗੋਲੀਆਂ ਵੇਚਣ ਪਿੰਡ ਵਿੱਚ ਆ ਗਿਆ ਤੇ ਉਹ ਲੋਕਾਂ ਨੂੰ ਕੀ ਕਹਿੰਦਾ? ਕਹਿੰਦਾ ਮੇਰੇ ਕੋਲ ਨਿੰਮ ਦੀਆਂ ਗੋਲੀਆਂ ਨੇ, ਲੈਣੀਆਂ ਤੇ ਲੈ ਲਓ, ਨਹੀਂ ਤੇ ਨਾ ਸਹੀ। ਆਪੇ ਜਦੋਂ ਫੋੜੇ ਫਿੰਸੀਆਂ ਨਿਕਲਣਗੇ, ਪੀਕ ਵਗੇਗੀ, ਮੱਖੀਆਂ ਬਹਿਣਗੀਆਂ, ਆਪੇ ਰੋ ਪਿਟੋਗੇ। ਉੱਥੇ ਕੋਈ ਬਜ਼ੁਰਗ ਮੰਜੀ ਤੇ ਲੰਮਾ ਪਿਆ ਸੀ, ਕਿਸੇ ਦਰਖਤ ਦੀ ਛਾਵੇਂ। ਉਹਨੇ ਆਵਾਜ਼ ਮਾਰ ਕੇ ਕਿਹਾ, ਕਾਕਾ ਕੀ ਵੇਚਦਾ ਹੈ? ਕਹਿਣ ਲੱਗਾ, ਬਾਪੂ ਸੁਣਿਆ ਨਹੀਂ ਤੈਨੂੰ, ਨਿੰਮ ਦੀਆਂ ਗੋਲੀਆਂ ਨੇ ਮੇਰੇ ਕੋਲ। ਕਹਿੰਦਾ, ਪੁੱਤ ਸੁਣ ਕੇ ਹੀ ਆਵਾਜ਼ ਮਾਰੀ ਹੈ, ਮੈਂ ਤੇ ਤੈਨੂੰ ਸਮਝਾਉਣ ਲਈ ਸੱਦਿਆ ਹੈ ਤੇ ਪੁੱਛਿਆ ਵੀ ਤਾਂ ਹੀ ਹੈ ਵੀ ਜੋ ਮੈਂ ਸੁਣਿਆ ਕੀ ਠੀਕ ਹੈ। ਪਰ ਪੁੱਤਰ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਇੱਕ ਨਿੰਮ ਦੀਆਂ ਗੋਲੀਆਂ ਕੌੜੀਆਂ, ਇੱਕ ਤੇਰੀ ਜ਼ਬਾਨ ਕੌੜੀ, ਤੇ ਇੰਨੀ ਕੌੜੀ ਜ਼ਬਾਨ ਨਾਲ ਤੇ ਬੱਚਿਆ ਤੂੰ ਮਿੱਠੀਆਂ ਗੋਲੀਆਂ ਵੀ ਵੇਚੇ ਤੇਰੀਆਂ ਉਹ ਕੋਈ ਨਾ ਲਵੇ, ਤੇ ਕੌੜੀਆਂ ਗੋਲੀਆਂ ਨਿੰਮ ਦੀਆਂ ਕੌਣ ਲਵੇਗਾ ਤੇਰੇ ਕੋਲੋਂ? ਆਪਾਂ ਗੁਰਦੁਆਰੇ ਆਉਂਦੇ ਆ, ਸਿੱਖਦੇ ਕੁਛ ਨਹੀਂ ਆ। ਨਹੀਂ ਤਾਂ ਕਦੇ ਹੋ ਸਕਦਾ ਕਿ ਏਡਾ ਵੱਡਾ ਸਾਡੇ ਕੋਲੇ ਟੀਚਰ ਹੋਵੇ, ਗੁਰੂ ਨਾਨਕ ਸਾਹਿਬ ਵਰਗਾ, ਔਰ ਅਸੀਂ ਕੁਛ ਵੀ ਆਪਣੇ ਜੀਵਨ ਵਿੱਚ ਪ੍ਰਾਪਤ ਨਾ ਕਰ ਸਕੀਏ। ਅੱਜ ਕੋਈ ਵੀ ਬੰਦਾ ਤੁਹਾਨੂੰ ਕਹੇਗਾ ਤੂੰ ਗੱਡੀ ਸੇਫ ਚਲਾਉਣਾ ਹੈ, ਤੂੰ ਤੇਰੇ ਹੱਥ ਵਿੱਚ ਬੜੀ ਸਫਾ ਹੈ, ਤੂੰ ਕੰਮ ਬੜਾ ਸਾਫ ਸੁਥਰਾ ਕਰਦਾ ਹੈ, ਤੂੰ ਖਾਣਾ ਕੁੜੀਏ ਬੜਾ ਵਧੀਆ ਬਣਾਉਣੀ ਹੈ, ਤੇ ਅਸੀਂ ਜ਼ਰੂਰ ਜਵਾਬ ਦੇਵਾਂਗੇ। ਉਹ ਬੱਚੀ ਵੀ ਕਹੇਗੀ ਵੀ ਮੈਂ ਆਪਣੀ ਮਾਂ ਤੋਂ ਸਿੱਖਿਆ, ਜਾਂ ਮੇਰੀ ਭਰਜਾਈ ਬੜਾ ਵਧੀਆ ਬਣਾਉਂਦੀ ਸੀ, ਜਾਂ ਮੇਰੀ ਵੱਡੀ ਭੈਣ ਨੂੰ ਬਹੁਤ ਜਾਚ ਸੀ। ਕੋਈ ਨਾ ਕੋਈ ਅਸੀਂ ਦੱਸਾਂਗੇ ਵੀ ਉਹ ਮੇਰਾ ਗਿਆਨ ਦਾ ਦਾਤਾ ਕੌਣ ਹੈ। ਹੁਣ ਸਾਡੇ ਕੋਲ ਕੁਝ ਹੋਵੇ ਤੇ ਦਸੀਏ ਵੀ ਸਾਡੇ ਕੋਲ ਕੀ, ਅਸੀਂ ਤੇ ਚੋਰੀ ਹੇਰਾ ਫੇਰੀ ਤੋਂ ਇਲਾਵਾ ਸਿੱਖਿਆ ਹੀ ਕੁਛ ਨਹੀਂ ਹੈ। ਜੇ ਸੱਚ ਬੋਲੀਏ, ਇਮਾਨਦਾਰੀ ਕਰੀਏ, ਜੇ ਅਸੀਂ ਖੁਸ਼ ਰਹੀਏ ਤੇ ਕੋਈ ਪੁੱਛ ਵੀ ਲਵੇ ਵੀ ਭਰਾ ਜੀ ਇਸ ਦੁਨੀਆ 'ਚ ਤੁਸੀਂ ਕਿਵੇਂ ਖੁਸ਼ ਹੋ? ਹਰ ਬੰਦਾ ਤੇ ਸਾੜ ਸਤੀ ਵਿੱਚ ਹੈ, ਤੇ ਫਿਰ ਤੁਸੀਂ ਕਹੋ ਵੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਸਵੇਰੇ ਉੱਠ ਕੇ ਬਾਣੀ ਪੜ੍ਹਦਾ। ਲੋਕ ਪੁੱਛਣ ਜੇ ਤੁਹਾਡੇ ਕੰਮ ਸੂਤ ਹੋਣ, ਠੀਕ ਹੋਣ, ਤੇ ਤੁਸੀਂ ਕਹੋ ਵੀ ਭਾਈ ਮੈਂ ਤਾਂ ਗੁਰਦੁਆਰੇ ਨੂੰ ਮੰਨਦਾ, ਤੇ ਮਹਾਰਾਜ ਜੀ ਮੇਰੇ ਕੰਮਾਂ ਵਿੱਚ ਆਪ ਸਹਾਈ ਹੁੰਦੇ ਨੇ। ਪਰ ਅਸੀਂ ਤੇ ਆਪ ਦਰ ਦਰ ਤੇ ਭਟਕਦੇ ਫਿਰਦੇ। ਅਸੀਂ ਕਿਸੇ ਲਈ ਕੀ ਮਾਈਲ ਸਟੋਨ ਬਣ ਸਕਦੇ, ਕੀ ਰੋਲ ਮਾਡਲ ਬਣ ਸਕਦੇ, ਅਸੀਂ ਕਿਸੇ ਲਈ ਕੀ ਮਿਸਾਲ ਬਣ ਸਕਦੇ, ਕੀ ਉਦਾਹਰਨ ਬਣ ਸਕਦੇ ਆ?
ਸਾਡੇ ਵੱਲ ਵੇਖ ਕੇ ਕਿਹੜਾ ਬੰਦਾ ਜਿਹੜਾ ਉਹ ਆਪਣਾ ਜੀਵਨ ਬਦਲ ਸਕਦਾ ਹੈ। ਤੋ ਇਸ ਕਥਾ ਨੂੰ ਸੁਣਨ ਦੀ ਲੋੜ ਹੈ। ਮੈਂ ਯਤਨ ਕਰਾਂ ਕਿ ਇਹਨੂੰ ਕਥਾ ਨੂੰ ਅੱਗੇ ਤੋਰਾਂ, ਪਰ ਮੈਂ ਜ਼ਰੂਰ ਰੋਜ਼ ਚਾਹੁੰਦਾ ਵੀ ਇਹ ਸਮਾਂ ਅਸੀਂ ਗਵਾਈਏ ਨਾ। ਗੁਰੂ ਨਾਨਕ ਸਾਹਿਬ ਇੱਥੇ ਆਏ ਨੇ 2 ਕੋਸ ਦੂਰ ਇਸ ਬਾਬੇ ਸ਼ੇਖ ਫਰੀਦ ਦੇ ਇਸ ਅਸਥਾਨ ਤੋਂ ਰੁਕੇ ਨੇ, ਉਤਰੇ ਨੇ, ਸਿੱਧੇ ਉੱਥੇ ਨਹੀਂ ਪਹੁੰਚੇ। ਸ਼ੇਖ ਬ੍ਰਹਮ ਦੇ ਮਰੀਦ ਦੇ ਰਾਹੀਂ ਉਹਨਾਂ ਦੀ ਹੁਣ ਵਾਰਤਾਲਾਪ ਸ਼ੁਰੂ ਹੋਈ ਹੈ ਤੇ ਸ਼ੇਖ ਬ੍ਰਹਮ ਨੇ ਜਾ ਕੇ ਆਪਣੇ ਮੁਰਸ਼ਦ ਨੂੰ ਉਸ ਮੁਰੀਦ ਨੇ ਆਪਣੇ ਮੁਰਸ਼ਦ ਸ਼ੇਖ ਬ੍ਰਹਮ ਨੂੰ ਦੱਸਿਆ ਵੀ ਮੈਂ ਇੱਕ ਹਿੰਦੂ ਰੱਬ ਵੇਖ ਕੇ ਆਇਆ। ਉਹ ਸ਼ੇਖ ਬ੍ਰਹਮ ਕਹਿਣ ਲੱਗਾ ਵੀ 2 ਗੱਲਾਂ ਨਹੀਂ ਹੋ ਸਕਦੀਆਂ, ਵੀ ਹਿੰਦੂ ਵੀ ਹੋਵੇ ਤੇ ਰੱਬ ਵੀ ਹੋਵੇ। ਵੀ ਹਿੰਦੂ ਤੇ ਕਾਫਰ ਹੁੰਦੇ ਨੇ, ਅੱਲਾ ਤੇ ਸਿਰਫ ਮੋਮਣਾ ਵਿੱਚ ਹੀ ਹੈ। ਵੇਖੋ ਇਹ ਵੀ ਸਾਡੀ ਬੜੀ ਮਾੜੀ ਕਿਸਮਤ ਹੈ। ਅਸੀਂ ਸੋਚਦੇ ਵੀ ਰੱਬ ਸਿਰਫ ਸਿੱਖਾਂ ਦਾ ਹੀ ਹੈ, ਸਾਡਾ ਹੀ ਵਾਹਿਗੁਰੂ ਹੈ, ਬਾਕੀਆਂ ਦਾ ਤੇ ਐਵੇਂ ਕੋਈ ਖੋਤਾ ਰੇੜਾ ਹੀ ਹੈ, ਐਵੇਂ ਕੋਈ ਖੋਤਾ ਘੋੜਾ ਹੀ ਹੈ। ਅਸੀਂ ਦੂਜਿਆਂ ਦੇ ਰੱਬ ਨੂੰ ਰੱਬ ਨਹੀਂ ਮੰਨਦੇ। ਇਸੇ ਕਰਕੇ ਦੂਜੇ ਦੇ ਰੱਬ ਦੀ ਇਸ਼ਟ ਦੀ ਅਸੀਂ ਰਿਸਪੈਕਟ ਵੀ ਨਹੀਂ ਕਰਦੇ, ਨਾ ਉਹਨਾਂ ਦੇ ਧਰਮ ਸਥਾਨ ਦੀ ਕਰਦੇ ਹਾਂ, ਨਾ ਉਹਨਾਂ ਦੇ ਧਰਮ ਗ੍ਰੰਥ ਦੀ ਕਰਦੇ ਹਾਂ, ਨਾ ਹੀ ਕਦੇ ਉਹਨਾਂ ਦੇ ਨਾਂ ਲੈਣ ਲੱਗਿਆਂ ਅਸੀਂ ਥੋੜੀ ਜਿਹੀ ਇੱਜ਼ਤ ਕਰਦੇ ਹਾਂ। ਹੁਣ ਜੇ ਇੱਥੇ ਮੈਂ ਬੋਲਦਿਆਂ ਕਹਿ ਦਿਆਂ ਭਗਵਾਨ ਕ੍ਰਿਸ਼ਨ, ਤੇ ਕਈ ਮੈਨੂੰ ਕੁੱਟਣ ਲਈ ਤਿਆਰ ਹੋ ਜਾਣੇ ਨੇ ਵੀ ਤੂੰ ਭਗਵਾਨ ਕਿਵੇਂ ਕਹਿਤਾ। ਕਿਉਂਕਿ ਅਸੀਂ ਇੰਨੇ ਬੇਅਦਬ ਹੋ ਚੁੱਕੇ ਹਾਂ। ਤੁਸੀਂ ਯਕੀਨ ਕਰਨਾ, ਬਾਹਰ ਜਾਈਦਾ, ਸੁਣਾ ਰਣਜੀਤ ਸਿੰਘ ਕੀ ਹਾਲ ਹੈ? ਮੈਂ ਕਿਹਾ ਯਾਰ ਭਾਜੀ ਬੜਾ ਦੁੱਖ ਹੋਇਆ। ਕਹਿੰਦੇ ਕੀ? ਮੈਂ ਕਿਹਾ ਜੇ ਤੁਹਾਨੂੰ ਕਿਤੇ ਸਾਈਆਂ ਦਾ ਪਾਦਰੀ ਮਿਲਦਾ ਤੇ ਤੁਸੀਂ ਕਹਿਣਾ ਸੀ ਫਾਦਰ ਕੀ ਹਾਲ ਹੈ। ਤੇ ਫਾਦਰ ਕੌਣ ਹੁੰਦੇ ਤੁਹਾਨੂੰ ਵੀ ਪਤਾ ਹੈ। ਫਾਦਰ ਭਾਪੇ ਨੂੰ ਕਹਿੰਦੇ ਨੇ। ਵੀ ਚਲੋ ਤੁਸੀਂ ਮੈਨੂੰ ਭਾਪਾ ਨਾ ਕਹੋ, ਭਾਈ ਕਹਿ ਦਿਓ। ਭਾਈ ਭਰਾ ਨੂੰ ਕਹਿੰਦੇ ਨੇ। ਅਸੀਂ ਇੰਨੇ ਬੇਅਦਬ ਹੋ ਗਏ, ਦੂਜਿਆਂ ਨੂੰ ਭਗਵਾਨ ਕਹਿਣ ਤੋਂ ਤੇ ਚਲੋ ਅਸੀਂ ਮੰਨ ਲਿਆ ਵੀ ਚਲੋ ਸਾਨੂੰ ਕੋਈ ਤਕਲੀਫ ਹੈ, ਅਸੀਂ ਆਪਣੇ ਭਾਈ ਨੂੰ ਭਾਈ ਕਹਿਣ ਲਈ ਤਿਆਰ ਨਹੀਂ ਆ। ਭਾਈ ਦਾ ਆਖਰੀ ਅਰਥ ਭਰਾ ਹੁੰਦਾ ਹੈ। ਅਸੀਂ ਇੰਨਾ ਵੀ ਕਹਿਣ ਲਈ ਤਿਆਰ ਨਹੀਂ ਕਿ ਭਾਈ ਰਣਜੀਤ ਸਿੰਘ ਜੀ ਕਦੋਂ ਆਏ ਹੋ। ਉਹ ਸੁਣਾ ਰਣਜੀਤ ਸਿੰਘ ਕਦੋਂ ਆਇਆ ਹੈ? ਵੀ ਚਲ ਠੀਕ ਹੈ, ਮੈਨੂੰ ਤੇ ਰਣਜੀਤ ਸਿੰਘ ਕਿਹਾ ਤੂੰ ਠੀਕ ਹੈ, ਚਲੋ ਚੱਲ ਜਾਏਗਾ। ਪਰ ਜੇ ਸਾਈਆਂ ਦਾ ਪਾਦਰੀ ਮਿਲਿਆ ਤੇ ਤੂੰ ਉਹਨੂੰ ਵੀ ਕਵੇਂਗਾ ਉਹ ਪਾਦਰੀਆ ਕਦੋਂ ਆਏ ਨਾ, ਉਹਨੂੰ ਕਹੇਗਾ ਫਾਦਰ ਜੀ ਕਦੋਂ ਆਏ ਹੋ। ਉਹਨੂੰ ਪਾਪਾ ਕਹਿਣ ਲਈ ਵੀ ਤਿਆਰ ਹੈ ਤੂੰ। ਆਪਣੇ ਗੁਰੂ ਕੇ ਗ੍ਰੰਥੀ ਨੂੰ ਤੂੰ ਭਾਈ ਕਹਿਣ ਵਾਸਤੇ ਵੀ ਤਿਆਰ ਨਹੀਂ। ਇੰਨੇ ਨਾ ਅਸੀਂ ਬੇਅਦਬ ਹੋਈਏ। ਇੱਕ ਵੇੜਾ ਸੀ ਜਦੋਂ ਗੁਰੂ ਕੇ ਕੀਰਤਨੀਏ ਸਾਈਕਲਾਂ ਤੇ ਆਉਂਦੇ ਸੀ ਨਾ, ਤੇ ਸੰਗਤ ਵਿੱਚ ਸ਼ਰਧਾ ਹੁੰਦੀ ਸੀ, ਅੱਗੋਂ ਜਾ ਕੇ ਉਹਨਾਂ ਦੇ ਵਾਜੇ ਚੁੱਕਦੇ ਹੁੰਦੇ ਸੀ। ਹੁਣ ਉਹ ਗੱਡੀਆਂ ਤੇ ਆਉਂਦੇ ਨੇ, ਅੱਗੋਂ ਵਾਜੇ ਚੁੱਕਣ ਲਈ ਤਿਆਰ ਕੋਈ ਨਹੀਂ, ਫਿਰ ਆਪ ਹੀ ਚੁੱਕ ਕੇ ਗਾਂਹ ਲੈ ਕੇ ਆਉਣੇ ਪੈਂਦੇ ਨੇ। ਕਿਤੇ ਨਾ ਕਿਤੇ ਮੈਂ ਮੰਨਦਾ ਕਿ ਮੇਰੇ ਭਾਈਚਾਰੇ ਵਿੱਚ ਵੀ ਕਮੀ ਆਈ, ਘਾਟ ਆਈ ਹੈ, ਸਾਡੇ 'ਚ ਵੀ ਘਾਟ, ਮੇਰੇ 'ਚ ਵੀ ਘਾਟ ਹੈ। ਪਰ ਕਿਤੇ ਨਾ ਕਿਤੇ ਅਸੀਂ ਵੀ ਇੰਨੇ ਬੇਅਦਬ ਹੋ ਗਏ ਆ ਕਿ ਅਸੀਂ ਮਤਲਬ ਦੂਜਿਆਂ ਦੀ ਇੱਜ਼ਤ ਨਾ ਕਰਦੇ ਕਰਦੇ ਹੁਣ ਅਸੀਂ ਘਰਦਿਆਂ ਦੀ ਇੱਜ਼ਤ ਵੀ ਛੱਡ ਦਿੱਤੀ ਹੈ। ਬਿਲਕੁਲ ਹੀ ਖਾਲੀ ਥੋਥੇ ਅਸੀਂ ਹੋ ਗਏ ਆ। ਉਹ ਇੱਕ ਮੁਹਾਵਰਾ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਥੋਥਾ ਚਣਾ ਬਾਜੇ ਘੜਾ। ਕਿੱਥੇ ਪਹੁੰਚ ਗਏ ਸੀ? ਜਿਹੜਾ ਸ਼ੇਖ ਬ੍ਰਹਮ ਦਾ ਮੁਰੀਦ ਹੈ ਉਹਨੇ ਜਾ ਕੇ ਕਿਹਾ ਮੁਰਸ਼ਦ ਜੀ ਮੈਂ ਅੱਜ ਇੱਕ ਹਿੰਦੂ ਰੱਬ ਵੇਖ ਕੇ ਆਇਆ। ਉਹ ਕਹਿੰਦਾ ਨਹੀਂ, ਹਿੰਦੂ ਤੇ ਰੱਬ 2 ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਰੱਬ ਤੇ ਮੋਮਣਾ 'ਚ ਹੀ ਹੁੰਦਾ, ਕਾਫਰਾਂ 'ਚ ਤਾਂ ਹੁੰਦਾ ਨਹੀਂ। ਉਹਨੇ ਕਿਹਾ ਜੀ ਮੈਂ ਉਹਨਾਂ ਦੀ ਕਲਾਮ ਸੁਣ ਕੇ ਆਇਆ, ਮੈਂ ਉਹਨਾਂ ਦੀ ਬਾਣੀ ਸੁਣ ਕੇ ਆਇਆ। ਉਹਨੇ ਉਹਨੂੰ ਬਾਣੀ ਪੜ੍ਹ ਕੇ ਸੁਣਾਈ ਕਿ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਉਹ ਕਹਿਣ ਲੱਗਾ ਵੀ ਗੱਲ ਤਾਂ ਤੇਰੀ ਠੀਕ ਹੈ, ਪਰ ਇੱਦਾਂ ਕਰ ਵੀ ਜੇ ਉਹਦਾ ਇੱਕ ਕਲਾਮ ਸੁਣ ਕੇ ਆਇਆ, ਇੱਕ ਮੇਰਾ ਵੀ ਲੈ ਜਾ, ਇਹਦੇ ਵੀ ਅਰਥ ਪੁੱਛ ਕੇ ਆ।
किन्नो वत गलाइया जो मैं तो को बद, एक साहिब दो हद है, को सेवी को रद। इत्थे फिर सतगुरु जी ने इहदे अर्थ जिहड़े सी वो कीते ने कि दूजा काहे सिमरिए, जम्मै ते मर जाए, एको सिमरो नानका, जल थल रिहा समाए। ये गुरु ग्रंथ साहब दे विच दो पंक्तियां दर्ज नहीं है, पर इतिहास दे विचों ये दो पंक्तियां सानू मिलियां ने। इथों तक कल आपां ने कथा सुनी सी। हाँ जी, सुनो तुम्हारो पीर जो, अब लग दूजो चीन। सुनो तुम्हारो पीर जो, अब लग दूजो चीन। सतगुरु कहन लगे शेख ब्रह्म दे मुरीद नू, कहन लगे जा अपने शेख ब्रह्म कोल जा ते जा उन्होंने जाके दस कि की कोई तू दूजा रब वेखिया। देखो असी अपनियां गल्लां दे विच जे असी कहिए भी असी कितना किते खलोने आ, नहीं असी किते नहीं खलोंदे। जिन्नियां साडियां मनतां ने, मनौतां ने, साडे अकीदे ने, साडियां शरधा ने, तुसी 5 मिनट किते बैठ के गल बात करो, तुसी खुद मनोगे अखीर कोई गल ओ नहीं जी साडे वड्डे करदे सी, छड्डो ज्ञानी जी, इस तो अगे साडा कोई ज्ञान नहीं हैगा, इस तो अगे साडा कोई ज्ञान नहीं हैगा कि असी जो कुछ भी करते हैं कि वो ठीक है, बिल्कुल ठीक नहीं हैगा। वेखा वेखी है या फिर वो पीढ़ी दर पीढ़ी चली आउंदी एक रवायत है, उहदे पिछे लॉजिक कोई नहीं, दलील कोई नहीं, उहदे पिछे साडा कोई ज्ञान नहीं है। सतगुरु कहन लगे जा जाके अपने मुर्शद नू पुछ, सुनो तुम्हारो पीर जो, अब लग दूजो चीन। जाओ उस मुरीद नू कहा जा जाके अपने शेख ब्रह्म दे कोलों पुछ भी की तू दूजा रब वेखिया। हाँ जी, नहीं खुदाए पछाणते, मार्ग मिलन ना लीन। फिर पुछ भी की पीर जी तुहानू खुदा दा रस्ता पता लग गया, या की पीर जी कदे खुदा तुहानू मिलिया। हुण ये 2-3 गल्लां साडे ते भी लागू हुंदियां ने कि सानू रब दे रस्ते दा पता है, नहीं पता, कि रब मिलिया है, नहीं मिलिया। पर रब दे नां ते एडे एडे वड्डे धर्म स्थान, इन्नियां इन्नियां वड्डियां यात्रावां, इन्ने इन्ने वड्डे दान पुण्य, सब कुछ चल रहा है, सब कुछ हो रहा है। और ये कलयुग इन्ना वधिया है कि साडे सामने पाज भी उगड़ रहे ने, ऐसे ऐसे आदमी जिन्हां दे करोड़ा करोड़ा फॉलोअर ने, अज वो जेलों च बैठे ने। मतलब जे तुसी उन्होंने खोल के वेखिया है तो बंद गोभी वाला हिसाब है, पत्ते ही पत्ते ने, फुल कोई नहीं विच। मैं आप जी ने उसका बकायदा एक जिमें एविडेंस दईदा है ना, प्रूफ दिता है। थोड़े दिन होए आसाराम नूं लैके गए एक हॉस्पिटल दे विच जेल तो कढ़ के, हज़ारां बीबियां फिर खलो गईयां रस्ते च कि साडे गुरु जी जा रहे हैं, भी वो बलात्कारी विच अंदर है। किन्ने माड़े कुकर्म कीते उस बंदे ने, वो जेल च गया है। पर अजे भी लोग कही जाते नहीं जी ये तो सरकार की चाल है, हमारे बापू जी तो ठीक है। जिथे इदां दी मखलूक होएगी, खलकत होएगी, दुनिया होएगी, तो उत्थे सारा कुछ ही ठीक है, उत्थे सब कुछ ठीक है। ये जानदियां होया भी एक नहीं, मैं तो जो पिछे वो कथा आईयां सी, जो श्री रामचंद्र जी का जिक्र आया सी, तो मैं बेनती की सी भी वो एको ही श्री रामचंद्र सी, पर
उस राम दे नां ते अज कोई राम रहीम है, कोई ਉਹਦੇ ਨਾਂ ਤੇ ਆਸਾ ਰਾਮ ਹੈ, ਕੋਈ ਉਹਦੇ ਨਾਂ ਤੇ ਰਾਮਪਾਲ ਹੈ। ਰਾਮਪਾਲ ਹੋ ਸਕਦਾ ਹੈ, ਆਸਾ ਰਾਮ ਹੋ ਸਕਦਾ ਹੈ, ਰਾਮ ਰਹੀਮ ਹੋ ਸਕਦਾ ਹੈ, ਪਰ ਸ਼੍ਰੀ ਰਾਮਚੰਦਰ ਨਹੀਂ ਹੋ ਸਕਦਾ। ਤੁਸੀਂ ਉਹਨਾਂ ਦੀ ਜੀਵਨੀ ਪੜ੍ਹੋ, ਤੁਹਾਨੂੰ ਐਸੀ ਕੋਈ ਗੁਸਤਾਖੀ ਨਹੀਂ ਮਿਲੇਗੀ। ਜੇ ਲੋਕਾਂ ਨੇ ਉਹਨਾਂ ਨੂੰ ਭਗਵਾਨ ਕਿਹਾ, ਜਿਵੇਂ ਆਪਾਂ ਵੀ ਕਹਿ ਦਿੰਦੇ ਵੀ ਨਹੀਂ ਜੀ ਇਹ ਬੰਦਾ ਹੈ, ਇਹ ਤੇ ਦੇਵਤਾ ਹੈ ਜੀ, ਇਹਦਾ ਅਰਥ ਇਹ ਨਹੀਂ ਕਿ ਉਹ ਦੇਵਤਾ ਹੈ, ਇਹਦਾ ਅਰਥ ਹੈ ਕਿ ਉਹਦੇ ਵਿੱਚ ਬਹੁਤੇ ਗੁਣ ਦੇਵਤਿਆਂ ਵਾਲੇ ਨੇ। ਅਸੀਂ ਕਈ ਵਾਰੀ ਕਹਿੰਦੇ ਆ ਵੀ ਅਫਸਰ ਤੇ ਜੀ ਰੱਬ ਵਰਗਾ ਹੈ ਜੀ, ਇਹ ਤੇ ਬੰਦਾ ਰੱਬ ਵਰਗਾ ਹੈ ਜੀ, ਹਾਲਾਂਕਿ ਜਾਣਦੇ ਆ ਕਿ ਰੱਬ ਜੰਮਦਾ ਮਰਦਾ ਨਹੀਂ ਹੈ। ਤੇ ਉਹਦਾ ਅਰਥ ਸਿਰਫ ਇੱਕੋ ਹੀ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਰੱਬ ਵਰਗੇ ਨੇ। ਜਿਵੇਂ ਰੱਬ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਰੱਬ ਸਭ ਦੀ ਪ੍ਰਤਪਾਲਣਾ ਕਰਦਾ ਹੈ, ਰੱਬ ਸਭ ਨੂੰ ਪਿਆਰ ਕਰਦਾ ਹੈ, ਰੱਬ ਸਾਰਿਆਂ ਦੇ ਔਗਣ ਬਖਸ਼ ਦਿੰਦਾ ਹੈ। ਜਿਹਦੇ 'ਚ 2 4 5 7 ਗੁਣ ਇੱਦਾਂ ਦੇ ਵੇਖਨੇ, ਅਸੀਂ ਕਹਿੰਦੇ ਜੀ ਇਹ ਤੇ ਰੱਬ ਹੈ। ਕਿਸੇ ਨੂੰ ਅਸੀਂ ਕਹਿ ਦਿੰਦੇ ਵੀ ਇਹ ਤੇ ਹਰਨਾਕਸ਼ ਹੈ, ਇਹ ਤੇ ਦੁਸ਼ਟ ਹੈ, ਇਹ ਤੇ ਰਾਵਣ ਹੈ। ਪੁੱਛੋ ਵੀ ਰਾਵਣ ਕਿਵੇਂ ਹੋ ਸਕਦੇ ਤੇ 10 ਸਿਰ ਹੈਗੇ ਨੇ? ਨਹੀਂ ਹੈਗੇ। ਉਹਦੇ ਅਸੀਂ 2 4 ਔਗਣ, ਉਹਦੀਆਂ ਬੁਰਾਈਆਂ ਵੇਖੀਆਂ, ਅਸੀਂ ਤਸ਼ਬੀਹ ਦੇ ਦਿੱਤੀ ਵੀ ਇਹ ਤੇ ਰਾਵਣ ਵਰਗਾ ਹੈ। ਉਹਦੇ ਭੈੜੇ ਔਗਣ ਵੇਖੇ, ਕਹਿ ਦਿੱਤਾ ਇਹ ਹਰਨਾਕਸ਼ ਵਰਗਾ ਹੈ। ਤੋ ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਜਾ ਜਾ ਕੇ ਸ਼ੇਖ ਬ੍ਰਹਮ ਨੂੰ ਪੁੱਛ ਵੀ ਤੈਨੂੰ ਖੁਦਾ ਦਾ ਰਸਤਾ ਪਤਾ ਲੱਗਿਆ? ਇੰਨੀ ਉਮਰ ਤੇਰੀ ਲੰਘ ਗਈ ਹੈ, ਕੀ ਤੈਨੂੰ ਖੁਦਾ ਮਿਲਿਆ? ਹਾਂਜੀ। सेवो एक हद द्वै खोए, सब को करन हार है जोए। जाओ जाके शेख ब्रह्म जी ਨੂੰ ਕਹੋ ਇੱਕ ਰੱਬ ਦੀ ਪੂਜਾ ਕਰੋ, 2 ਹੱਦਾਂ ਛੱਡ ਦਿਓ। ਜਿਹੜਾ ਔਰੰਗਜ਼ੇਬ ਸੀ ਨਾ, ਉਹ ਕਹਿੰਦਾ ਸੀ ਮੈਂ 2 ਤੋਂ 1 ਬਣਾਉਣੇ ਨੇ, ਭਾਵੇਂ ਹਿੰਦੂਆਂ ਤੇ ਮੁਸਲਮਾਨਾਂ ਤੋਂ ਸਿਰਫ ਮੁਸਲਮਾਨ ਮੈਂ ਬਣਾਉਣੇ ਨੇ। ਉਹ 50 ਸਾਲ ਤਲਵਾਰ ਚੁੱਕ ਕੇ ਤੁਰਿਆ ਫਿਰਦਾ ਰਿਹਾ। ਪਤਾ ਤੁਹਾਨੂੰ ਉਹਨੇ ਕਿੰਨੇ ਸਾਲ ਰਾਜ ਕੀਤਾ? ਉਮਰ ਉਹਦੀ 90 ਤੋਂ ਜ਼ਿਆਦਾ ਸੀ। ਰਾਜ ਉਹਨੇ 50 ਸਾਲ ਕੀਤਾ, ਪਰ ਹੋਇਆ ਕਿ ਉਹਦੇ ਹੁੰਦਿਆਂ ਹੁੰਦਿਆਂ ਉਹ 2 ਬਣਾਉਂਦਾ ਸੀ, 3 ਹੋ ਗਏ। ਇਹ ਖਾਲਸਾ ਪੰਥ ਨਵਾਂ ਪੈਦਾ ਹੋ ਗਿਆ। ਅੱਜ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਾ ਪੁੱਛ ਜਾ ਕੇ ਸੇਵੋ ਏਕ ਹੱਦ ਦਵੈ ਖੋਏ। ਜਾ ਕੇ ਉਹਨੂੰ ਕਹੋ 2 ਹੱਦਾਂ ਤੋੜ ਦੇ। ਮਤ ਸੋਚ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ, ਇਹ ਰਸਤੇ ਨੇ, ਰੱਬ ਇੱਕੋ ਹੀ ਹੈ। ਰੱਬ 2 ਨਹੀਂ ਹੈ, ਰਸਤੇ 2 ਹੋ ਸਕਦੇ ਨੇ। ਜਿਵੇਂ ਆਪਾਂ ਕਿਸੇ ਵੀ ਸ਼ਹਿਰ ਜਾਣਾ ਹੋਵੇ, ਇੱਕ ਸ਼ਹਿਰ ਜਾਣ ਲਈ ਕਈ ਰਸਤੇ ਹੁੰਦੇ ਨੇ, ਕਈ ਪਾਸਿਆਂ ਤੋਂ ਸੜਕਾਂ ਜਾਂਦੀਆਂ ਨੇ, ਇੱਕ ਥੋੜਾ ਜਿਹਾ ਕਈ ਵਲ ਪਾ ਕੇ ਘੁੰਮ ਕੇ ਵੀ ਚਲ ਜੀਦਾ ਕਿਤੇ। ਪਰ ਇਹਦਾ ਅਰਥ ਇਹ ਨਹੀਂ ਕਿ ਸ਼ਹਿਰ 2 ਨੇ, ਸ਼ਹਿਰ ਇੱਕੋ ਹੀ ਹੈ, ਮੁਕਾਮ ਇੱਕੋ ਹੀ ਹੈ, ਮੰਜ਼ਿਲ ਇੱਕੋ ਹੀ ਹੈ, ਰੱਬ ਇੱਕ ਹੈ। ਹਾਂਜੀ। ਏਕ ਖੁਦਾਏ ਰਵਿਓ ਸਭ ਮਾਹੀ, ਇਉ ਜਾਣੇ ਬਿਨ ਮਿਲਨ ਦੁਰਾਹੀ। ਇਸ ਕਰਕੇ ਜਾਓ, ਮੁਰੀਦ ਨੂੰ ਕਿਹਾ ਜਾ ਕੇ ਆਪਣੇ ਪੀਰ ਨੂੰ ਕਹਿ ਏਕ ਖੁਦਾਏ ਰਵਿਓ ਸਭ ਮਾਹੀ, ਰੱਬ ਇੱਕੋ ਹੀ ਹੈ। ਹਿੰਦੂਆਂ ਦਾ ਵੀ ਉਹੀ ਰੱਬ ਹੈ, ਮੁਸਲਮਾਨਾਂ ਦਾ ਵੀ ਉਹੀ ਰੱਬ ਹੈ, ਸਭ ਦਾ ਰੱਬ ਇੱਕੋ ਹੀ ਹੈ। ਕਿੰਨੇ ਦੁਨੀਆ ਵਿੱਚ 300 ਦੇ ਕਰੀਬ ਧਰਮ ਮੰਨੇ ਗਏ ਨੇ। ਇਹਦਾ ਅਰਥ ਇਹ ਨਹੀਂ ਕਿ ਰੱਬ 300 ਹੈ, ਰੱਬ 300 ਨਹੀਂ ਹੈ, ਰੱਬ ਇੱਕੋ ਹੀ ਹੈ। ਕਿੰਨੀਆਂ ਨਸਲਾਂ ਦੇ ਲੋਕ ਨੇ, ਵੇਖੋ ਚੀਨੇ ਵੱਖਰੇ ਨੇ, ਜਾਪਾਨੀ ਵੱਖਰੇ ਨੇ, ਨੇਪਾਲੀ ਵੱਖਰੇ ਨੇ, ਰਸ਼ੀਅਨ ਹੋਰ ਤਰ੍ਹਾਂ ਦੇ ਨੇ, ਅਮਰੀਕਨ ਹੋਰ ਤਰ੍ਹਾਂ ਦੇ ਨੇ, ਸ਼ਕਲਾਂ ਹੀ ਨਹੀਂ ਰਲਦੀਆਂ। ਮੂੰਹ ਮਹਾਦਰੇ ਤੋਂ ਲੈ ਕੇ ਡੀਲ ਡੌਲ ਤੱਕ ਸਭ ਕੁਝ ਚੇਂਜ ਹੈ, ਭਾਸ਼ਾ ਚੇਂਜ ਹੈ, ਇੱਥੋਂ ਤੱਕ ਲੋਕਾਂ ਦਾ ਖਾਣਾ ਚੇਂਜ ਹੈ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਨਫ਼ਰਤ ਕਰਦੇ ਹਾਂ, ਕਈ ਉਹੀ ਚੀਜ਼ਾਂ ਲੱਭ ਕੇ ਖਾਂਦੇ ਨੇ। ਚੂਹੇ ਹੋ ਗਏ, ਕਾਕਰੋਚ ਹੋ ਗਏ, ਸੱਪ ਹੋ ਗਏ। ਹੁਣ ਸਾਡੇ ਰਸੋਈ 'ਚ 4 ਕਾਕਰੋਚ ਆ ਜਾਣ ਤੇ ਮੈਨੂੰ ਨਹੀਂ ਖਿਆਲ ਕਿ ਰਾਤ ਨੂੰ ਬੀਬੀ ਖਾਣਾ ਵੀ ਬਣਾਏਗੀ। ਉਹ ਡਰਾਇੰਗ ਰੂਮ 'ਚ ਬੈਠੀ ਹੋਏਗੀ ਜਾ ਕੇ ਵੀ ਉੱਥੇ ਤੇ ਕਾਕਰੋਚ ਨਿਕਲ ਆਏ ਨੇ। ਤੇ ਕਿਤੇ ਚੀਨੀ ਭੈਣ ਹੁੰਦੀ ਤੇ ਆਉਂਦਿਆਂ ਨੂੰ ਉਹਨੇ ਟੇਬਲ ਸਜਾਇਆ ਹੋਣਾ ਸੀ ਡਰਾਇੰਗ ਰੂਮ ਦਾ, ਵੀ ਆਹ ਵੇਖੋ ਜੀ ਅੱਜ ਤੇ ਘਰੇ ਹੀ ਮਾਲ ਬਥੇਰਾ ਆ ਗਿਆ।
ਹੁਣ ਲੋਕਾਂ ਦੀਆਂ ਖਾਣੀਆਂ ਵੱਖਰੀਆਂ ਨੇ, ਬਾਣੀਆਂ ਵੱਖਰੀਆਂ ਨੇ, ਦੱਸੋ ਕੀ ਕਰੋਗੇ ਤੁਸੀਂ? ਪਰ ਕੁਦਰਤ ਕੇ ਸਭ ਬੰਦੇ ਤੇ ਸਾਰੇ ਹੀ ਰੱਬ ਦੇ ਨੇ। ਹਾਂਜੀ। ਮੁਸਲਮਾਨ ਨਾ ਹਿੰਦੂ ਕੋ, ਕਰਨ ਹਾਰ ਸਭ ਕੋ ਇੱਕ ਹੋ। ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਕਰਨ ਕਰਾਉਣ ਵਾਲਾ ਤੇ ਰੱਬ ਹੈ। ਕਿ ਆਪ ਜੀ ਨੂੰ ਪਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ ਛੱਡਿਆ ਤੇ ਪਹਿਲੀ ਆਵਾਜ਼ ਕੀ ਦਿੱਤੀ ਸੀ? ਸੁਲਤਾਨਪੁਰ ਦੀ ਧਰਤੀ ਤੋਂ ਜਦੋਂ ਸਤਿਗੁਰੂ ਨੇ ਸਿੱਖੀ ਦਾ ਆਗਾਜ਼ ਕੀਤਾ ਤੇ ਕੀ ਆਵਾਜ਼ ਦਿੱਤੀ? ਆਵਾਜ਼ ਇਹ ਦਿੱਤੀ, ਵਹੀ ਨਦੀ ਤੋਂ ਨਿਕਲ ਕੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਉਹ ਜਿਹੜੀ ਮਸੀਤ ਦੀ ਨਮਾਜ਼ ਪੜ੍ਹਨ ਦੀ ਸਾਖੀ ਹੈ, ਉਹਦੀ ਭੂਮਿਕਾ ਕੀ ਹੈ, ਉਹਦਾ ਮੁੱਢ ਕੀ ਹੈ? ਉਹਦਾ ਮੁੱਢ ਹੀ ਇਹ ਸੀ। ਸਤਿਗੁਰੂ ਉੱਚੀ ਉੱਚੀ ਕਹਿੰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਤੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਜਾ ਕੇ ਸੁਲਤਾਨਪੁਰ ਦੇ ਨਵਾਬ ਨੂੰ ਚੁੱਕਿਆ। ਉਹਨਾਂ ਕਿਹਾ, ਨਵਾਬ ਜੀ ਤੁਹਾਡੇ ਮੋਦੀ ਦਾ ਹੋ ਗਿਆ ਦਿਮਾਗ ਖਰਾਬ, ਤੁਸੀਂ ਕਿਸੇ ਦੀ ਗੱਲ ਸੁਣਦੇ ਨਹੀਂ ਹੋ। ਚਲੋ ਬਾਕੀ ਗੱਲਾਂ ਤੇ ਛੱਡੀਆਂ, ਹੁਣ ਤੇ ਧਰਮ ਖਤਰੇ ਵਿੱਚ ਪੈ ਗਿਆ। ਇਹ ਕਹਿੰਦਾ ਕੋਈ ਮੁਸਲਮਾਨ ਹੈ ਹੀ ਨਹੀਂ, ਕੋਈ ਮੁਸਲਮਾਨ ਹੀ ਨਹੀਂ ਹੈਗਾ। ਫਿਰ ਦੱਸੋ ਤੁਸੀਂ ਕੌਣ ਹੋ? ਤੇ ਜੇ ਤੁਸੀਂ ਮੁਸਲਮਾਨ ਨਹੀਂ ਹੋ ਤੇ ਆ ਜਿਹੜੀਆਂ ਮਸੀਤਾਂ ਬਣਾਈਆਂ ਨੇ ਇਹ ਕਾਹਦੀਆਂ ਨੇ? ਨਵਾਬ ਨੇ ਕਿਹਾ ਵੀ ਗੱਲ ਕੀ ਹੈ? ਉਹ ਕਹਿਣ ਲੱਗੇ ਜੀ ਇਹ ਹਿੰਦੂ ਹੈ, ਇਹ ਸਾਡੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ। ਨਵਾਬ ਨੇ ਕਿਹਾ ਵੀ ਇਹਦਾ ਹੱਲ ਕੀ ਹੈ? ਕਹਿੰਦਾ ਹੱਲ ਕੀ, ਇਹਨੂੰ ਕਹੋ ਮਸੀਤੇ ਚੱਲੇ। ਇਹ ਜਾਏਗਾ ਹੀ ਨਹੀਂ ਕਿਉਂਕਿ ਹਿੰਦੂ ਹੈ, ਇਹ ਕਿਉਂ ਜਾਏਗਾ ਮਸਜਿਦ ਵਿੱਚ? ਨਵਾਬ ਨੇ ਬੁਲਾਇਆ, ਆਖਿਆ ਨਾਨਕ ਤੂੰ ਮਸੀਤ ਚੱਲੇਗਾ? ਸਤਿਗੁਰੂ ਕਹਿੰਦੇ ਚਲੋ। ਤੂੰ ਸਾਡੇ ਨਾਲ ਨਮਾਜ਼ ਪੜ੍ਹੇਗਾ? ਸਤਿਗੁਰੂ ਕਹਿੰਦੇ ਚਲੋ। ਤੁਸੀਂ ਉਸ ਸਾਖੀ ਨੂੰ ਪੂਰੀ ਤਰ੍ਹਾਂ ਸੁਣੋ। ਅਗਰ ਉਹਨੂੰ ਪੂਰੀ ਤਰ੍ਹਾਂ ਸੁਣੋਗੇ ਤੇ ਉੱਥੇ ਕੇਵਲ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਇਕੱਠੇ ਨਹੀਂ ਹੋਏ, ਉੱਥੇ ਤਮਾਸ਼ਬੀਨ ਮੁਸਲਮਾਨ ਵੀ ਇਕੱਠੇ ਹੋਏ। ਕੱਲੇ ਮੁਸਲਮਾਨ ਨਹੀਂ, ਉੱਥੇ ਹਿੰਦੂ ਬਹੁਤੇ ਇਕੱਠੇ ਹੋਏ। ਉਹਨਾਂ ਨੇ ਜਾ ਕੇ ਜੀਜੇ ਜੈ ਰਾਮ ਨੂੰ ਵੀ ਕਿਹਾ, ਜੀਜੇ ਦੇ ਪਿਤਾ ਪਰਮਾਨੰਦ ਜੀ ਨੂੰ ਵੀ ਕਿਹਾ, ਭੈਣ ਨਾਨਕੀ ਨੂੰ ਵੀ ਕਿਹਾ ਵੀ ਆ ਜਿਹੜੀਆਂ ਅਗਲੀਆਂ ਤੇ ਕਮਲੀਆਂ ਗੱਲਾਂ ਕੀਤੀਆਂ ਨਾਨਕ ਨੇ ਸੋ ਕੀਤੀਆਂ, ਵੀ ਅੱਜ ਕੀ ਨਵਾਂ ਵੱਡਾ ਕਹਿਰ ਕਰਨ ਲੱਗਾ ਵੀ ਅੱਜ ਇੱਕ ਹਿੰਦੂ ਹੋ ਕੇ ਇਹ ਮੁਸਲਮਾਨਾਂ ਦੀ ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹੇਗਾ। ਇਹ ਆਪਣਾ ਧਰਮ ਕਨਵਰਟ ਕਰਨ ਲੱਗਾ, ਧਰਮ ਬਦਲਣ ਲੱਗਾ। ਵੀ ਆਹ ਕੰਮ ਤੇ ਨਹੀਂ ਇਹਨੂੰ ਕਰਨਾ ਚਾਹੀਦਾ ਨਾ। ਹਿੰਦੂ ਹੋ ਕੇ ਹੁਣ ਇਹ ਧਰਮ ਹੀ ਤਬਦੀਲ ਕਰ ਲਏਗਾ ਆਪਣਾ। ਹਿੰਦੂ ਲੋਕ ਬਹੁਤੇ ਇਕੱਠੇ ਹੋਏ ਵੀ ਵੇਖੀਏ ਵੀ ਨਾਨਕ ਧਰਮ ਕਿਵੇਂ ਤਬਦੀਲ ਕਰਦਾ, ਕਿਵੇਂ ਆਪਣਾ ਧਰਮ ਪਰਿਵਰਤਨ ਕਰਦਾ। ਇਹ ਉੱਥੋਂ ਸ਼ੁਰੂ ਹੋਇਆ ਸੀ। ਸਤਿਗੁਰੂ ਨੇ ਨਹੀਂ ਸੀ ਕਿਹਾ ਵੀ ਚਲੋ ਜੀ ਮੇਰੇ ਨਾਲ ਚੱਲ ਕੇ ਨਮਾਜ਼ ਪੜ੍ਹੋ ਮੈਂ ਤੁਹਾਨੂੰ ਸਮਝਾਵਾਂ। ਨਹੀਂ, ਉਹ ਗੁਰੂ ਨਾਨਕ ਨੂੰ ਪਕੜ ਕੇ ਲੈ ਕੇ ਗਿਆ ਸੀ ਵੀ ਚੱਲ ਤੂੰ ਕਿਵੇਂ ਕਹਿੰਦਾ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ। ਤੋ ਇਸ ਕਥਾ ਨੂੰ ਸੁਣਨ ਦੀ ਲੋੜ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਭਾਈ ਮੁਸਲਮਾਨ ਨਾ ਹਿੰਦੂ ਕੋ, ਕਰਨਹਾਰ ਸਭ ਕੋ ਇੱਕ ਹੋ। ਕੋਈ ਹਿੰਦੂ ਕੋਈ ਮੁਸਲਮਾਨ ਨਹੀਂ, ਕਰਨ ਕਰਾਉਣ ਵਾਲਾ ਇੱਕ ਰੱਬ ਹੈ। ਉਹੀ ਹਿੰਦੂਆਂ ਵਿੱਚ ਕਰੀ ਜਾਂਦਾ, ਉਹੀ ਮੁਸਲਮਾਨਾਂ ਵਿੱਚ ਕਰੀ ਜਾਂਦਾ। ਕਮਾਲ ਦੀ ਉਸ ਰੱਬ ਦੀ ਸ਼ਕਤੀ ਹੈ। ਹੁਣ ਤੁਸੀਂ ਹੋਰ ਛੱਡੋ, ਆਪਣੇ 'ਚ ਜਿਹੜੇ ਪੰਜਾਬੀ ਬੋਲਦੇ ਨੇ, ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ, ਮੈਂ ਆਪਣੇ ਇੱਕ ਮੁਸਲਮਾਨ ਵੀਰ ਨੂੰ ਪੁੱਛਿਆ, ਹੁਣ ਤੇ ਚਲਾ ਗਿਆ ਦੁਨੀਆ ਤੋਂ, ਮੁਹੰਮਦ ਰਫੀ ਕਾਸਮੀ ਉਹਨਾਂ ਦਾ ਨਾਮ ਸੀ। ਮੈਂ ਕਿਹਾ ਮੌਲਾਨਾ ਕਾਸਮੀ ਸਾਹਿਬ, ਚਲੋ ਸਾਡੀ ਤਾਂ ਪੰਜਾਬੀ ਕਈ ਤਰ੍ਹਾਂ ਦੀ ਹੈ, ਅੰਮ੍ਰਿਤਸਰੀ ਹੋਰ ਤਰ੍ਹਾਂ ਦੀ ਹੈ, ਮਾਲਵੇ ਦੀ ਹੋਰ ਤਰ੍ਹਾਂ ਦੀ ਹੈ, ਪਟਿਆਲੇ ਵਾਲੀ 30 ਦੀ ਹੈ, ਰੋਪੜ ਵਾਲੀ ਕੁਝ ਹੋਰ ਹੀ ਤਰ੍ਹਾਂ ਦੀ ਹੈ। ਉਹ ਤਾਂ ਗੰਨੇ ਨੂੰ ਵੀ ਇੱਕ ਕਹਿੰਦੇ ਨੇ। ਤੇ ਤੁਹਾਡੀ ਅਰਬੀ ਤੇ ਇੱਕੋ ਹੀ ਹੋਏਗੀ, ਕਿਉਂਕਿ ਸਾਡੇ ਤਾਂ ਪੰਜਾਬੀ ਦੇ ਵਿੱਚ ਕਈ ਕੁਝ ਹੋ ਗਿਆ, ਪਰ ਤੁਹਾਡੇ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕੁਰਾਨ ਬਦਲੀ ਨਹੀਂ। ਤੁਹਾਨੂੰ ਦੁਨੀਆ ਦੀ ਕਿਸੇ ਭਾਸ਼ਾ ਵਿੱਚ ਕੁਰਾਨ ਸ਼ਰੀਫ ਨਹੀਂ ਮਿਲੇਗੀ।
ਹੁਣ ਤੁਸੀਂ ਕਹੋਗੇ ਜੀ ਪੰਜਾਬੀ 'ਚ ਹੈਗੀ ਹੈ, ਪੰਜਾਬੀ 'ਚ ਵੇਖਣੀ ਹੋਵੇ ਤੇ ਮੇਰੇ ਕੋਲ ਵੀ ਹੈਗੀ ਹੈ, ਪਰ ਸਿਰਫ ਟਰਾਂਸਲੇਸ਼ਨ ਹੈ। ਜਿੱਥੇ ਅਰਬੀ ਲਿਖੀ ਉਹ ਅਰਬੀ ਲਿਖੀ ਹੈ, ਜਿੱਥੇ ਉਹਦੇ ਅਰਥ ਨੇ ਉਹ ਪੰਜਾਬੀ ਵਿੱਚ ਨੇ। ਅਗਰ ਮੈਂ ਉਹਦਾ ਮੂਲ ਪਾਠ ਕਰਨਾ ਹੋਵੇ ਤੇ ਉਹ ਪੰਜਾਬੀ 'ਚ ਨਹੀਂ ਹੈਗਾ। ਇਹ ਆਪਾਂ ਹੀ ਆ ਵੀ ਹੁਕਮਨਾਮਾ ਵੀ ਹਿੰਦੀ ਦਾ ਲਾ ਦਿਓ ਜੀ, ਹੁਕਮਨਾਮਾ ਵੀ ਅੰਗਰੇਜ਼ੀ ਦਾ ਲਾ ਦਿਓ ਜੀ। ਹੁਣ ਤੇ ਕਹਿੰਦੇ ਜੀ ਗ੍ਰੰਥੀ ਵੀ ਅੰਗਰੇਜ਼ੀ ਵਾਲਾ ਲਾ ਦਿਓ ਜੀ। ਪਹਿਲਾਂ ਪੰਜਾਬੀ ਘਰੋਂ ਕੱਢੀ, ਹੁਣ ਗੁਰਦੁਆਰੇ ਕੱਢਣ ਤੇ ਲੱਗੇ ਅਸੀਂ। ਮੁਸਲਮਾਨਾਂ ਨੇ ਅਜੇ ਤੱਕ ਕੁਰਾਨ ਸ਼ਰੀਫ ਦੁਨੀਆ ਦੀ ਕਿਸੇ ਭਾਸ਼ਾ ਵਿੱਚ ਪ੍ਰਿੰਟ ਨਹੀਂ ਕੀਤੀ, ਉਹਦੀ ਟਰਾਂਸਲੇਸ਼ਨ ਹੈ। ਹੁਣ ਤੁਸੀਂ ਵੇਖੋ ਦੁਨੀਆ 'ਚ ਕਿੰਨੀਆਂ ਭਾਸ਼ਾਵਾਂ ਨੇ, ਕੀ ਰੱਬ ਸਾਰਿਆਂ ਦੀ ਭਾਸ਼ਾ ਜਾਣਦਾ ਹੈ? ਗੁਰੂ ਨਾਨਕ ਸਾਹਿਬ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਉਹਨਾਂ ਨੂੰ ਕਿੰਨੀਆਂ ਲੈਂਗੁਏਜ ਆਉਂਦੀਆਂ ਹੋਣਗੀਆਂ। ਉਹ ਮੱਕੇ ਕਾਬੇ ਵੀ ਗਏ, ਉੱਥੇ ਕਿਹੜੀ ਭਾਸ਼ਾ 'ਚ ਗੱਲ ਕਰਦੇ ਹੋਣਗੇ। ਇੱਥੇ ਚੰਗਾ ਭਲਾ ਬੰਦਾ ਤਾਮਿਲਨਾਡੂ ਨਹੀਂ ਜਾ ਸਕਦਾ, ਉਹ ਜਿਹੜੇ ਤਾਮਿਲ ਨੇ ਨਾ ਉਹ ਅੰਗਰੇਜ਼ੀ ਵੀ ਨਹੀਂ ਬੋਲਦੇ। ਤੁਹਾਡੀ ਪੰਜਾਬੀ ਹਿੰਦੀ ਤੋਂ ਨਾ ਕੀ ਬੋਲਣੀ ਹੈ, ਪਰ ਅੰਗਰੇਜ਼ੀ 'ਚ ਫਿਰ ਥੋੜਾ ਬਹੁਤਾ ਤੁਹਾਨੂੰ ਜਵਾਬ ਦੇਣਗੇ। ਹਿੰਦੀ ਬੋਲੋਗੇ ਤੇ ਬੋਲਣਗੇ ਨਹੀਂ ਤੁਹਾਡੇ ਨਾਲ। ਫਿਰ ਰੱਬ ਸਾਰਿਆਂ ਦੀਆਂ ਫਰਿਆਦਾਂ ਕਿਵੇਂ ਸੁਣਦਾ ਹੈ, ਕਿਹੜੀ ਭਾਸ਼ਾ 'ਚ ਸੁਣਦਾ ਹੈ, ਉਹ ਮੈਨੂੰ ਪਤਾ ਜੀ, ਕਿਉਂਕਿ ਮੈਂ ਆਪਣੇ ਗੁਰੂ ਤੋਂ ਸਮਝੀ ਗੱਲ। ਭਾਖਿਆ ਭਾਉ ਅਪਾਰ, ਉਹ ਪਿਆਰ ਦੀ ਬੋਲੀ ਸਮਝਦਾ ਜੀ। ਹੁਣ ਤੁਸੀਂ ਕਹੋਗੇ ਜੀ ਪਿਆਰ ਦੀ ਬੋਲੀ ਜਿਵੇਂ ਕੁੱਤੇ ਸਮਝਦੇ ਨੇ, ਕਬੂਤਰ ਸਮਝਦੇ ਨੇ, ਤੋਤੇ ਸਮਝਦੇ ਨੇ। ਤੁਸੀਂ ਕਬੂਤਰ ਪਾਲ ਲਓ, ਫਿਰ ਉਹ ਜਿਹੜੇ ਕਬੂਤਰਬਾਜੀ ਕਰਦੇ ਨੇ, ਉਡਾ ਦਿਓ ਕਬੂਤਰ, 2-2 3-3 ਦਿਨ ਕਬੂਤਰ ਥੱਲੇ ਨਹੀਂ ਉਤਰਦਾ। ਲੱਖਾਂ ਕਰੋੜਾਂ ਰੁਪਈਆਂ ਦੇ ਇਨਾਮ ਲੱਗਦੇ ਨੇ ਕਬੂਤਰ ਦੀ ਉਡਾਰੀ ਤੇ, ਪਰ ਜਿੱਦਣ ਵਾਪਸ ਆਏਗਾ ਤੁਹਾਡੇ ਘਰੇ ਆਏਗਾ, ਤੁਹਾਡੀ ਛਤਰੀ ਤੇ ਆਏਗਾ। ਤੁਸੀਂ ਜਾਣਦੇ ਹੋ ਜਦੋਂ ਡਾਕ ਸਿਸਟਮ ਨਹੀਂ ਸੀਗਾ ਤੇ ਚਿੱਠੀ ਕਬੂਤਰ ਲੈ ਕੇ ਜਾਂਦਾ ਸੀ। ਕਬੂਤਰ ਦਾ ਨੈਵੀਗੇਸ਼ਨ ਵੀ ਖਰਾਬ ਨਹੀਂ ਹੁੰਦਾ, ਕਦੇ ਨਹੀਂ ਭੁੱਲਦਾ। ਤੁਸੀਂ ਕਦੇ ਬੰਗਲਾ ਸਾਹਿਬ ਨੋਟ ਕੀਤਾ ਵੀ ਇੱਥੇ ਬਾਹਰ 9.5 ਫੁੱਟ ਦਾ ਦਰਵਾਜ਼ਾ ਹੁੰਦਾ ਸੀ। ਇੱਕ ਦਿਨ ਤਾਬਿਆ ਬੈਠਾ, ਮੇਰੇ ਮਨ 'ਚ ਆਈ ਵੀ ਅਸੀਂ ਕਹਿੰਦੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਦਰਬਾਰ ਹੈ ਤੇ ਦਰਬਾਰ ਦਾ ਬੂਹਾ 9.5 ਫੁੱਟ ਦਾ ਨਹੀਂ ਹੋ ਸਕਦਾ। ਚਲੋ ਇੱਕ ਨਾਲ ਗੱਲ ਕੀਤੀ, ਦੂਜੇ ਨਾਲ ਕੀਤੀ, ਪ੍ਰਬੰਧਕਾਂ ਨਾਲ ਕੀਤੀ, ਕੋਈ ਇਧਰੋਂ ਫੜਿਆ ਕੋਈ ਉਧਰੋਂ ਫੜਿਆ। ਇੱਕ ਮੈਨੂੰ ਆਰਕੀਟੈਕਟ ਮਿਲ ਗਿਆ ਭੁੱਲਰ, ਇੱਥੇ ਗੁਰਦੁਆਰਾ ਸਾਹਿਬ ਸੇਵਾ ਚੱਲਦੀ ਸੀ, ਇਹ ਉੱਪਰ ਫਾਲ ਸੀਲਿੰਗ ਦਾ ਕੰਮ ਹੁੰਦਾ ਸੀ। ਮੈਂ ਕਿਹਾ ਭਾਜੀ ਮਹਾਰਾਜ ਦੇ ਦਰਬਾਰ ਦੇ ਜੇ ਦਰਵਾਜ਼ੇ ਦੀ ਗੱਲ ਕਰਨੀ ਕਿਵੇਂ ਹੋ ਸਕਦੀ ਹੈ? ਉਹ ਕਹਿਣ ਲੱਗਾ 13.5 ਫੁੱਟ ਹੋ ਸਕਦਾ, ਅੱਜ 13.5 ਫੁੱਟ ਹੈ। ਚਲੋ ਹੋ ਗਿਆ। ਹੁਣ ਇੱਕ ਮੁਸੀਬਤ ਆ ਗਈ, ਜਦੋਂ 9.5 ਫੁੱਟ ਸੀ ਉਦੋਂ ਵੀ ਕਬੂਤਰ ਤੇ ਕਬੂਤਰੀ ਅੰਦਰ ਆਉਂਦੇ ਸੀ। ਕਦੇ ਵੇਖਿਆ ਬਈ ਇੱਥੇ ਇੱਕ ਢਾਂਗਾ ਜਿਹਾ ਖੜਾ ਹੁੰਦਾ ਸੀ, ਇੱਥੇ ਲੰਬਾ ਜਿਹਾ ਇੱਕ ਕਾਨਾ ਜਿਹਾ ਡੰਡਾ ਜਿਹਾ, ਕਬੂਤਰ ਆ ਕੇ ਚੰਦੋਏ ਦੀਆਂ ਰੱਸੀਆਂ ਤੇ ਬਹਿ ਜਾਂਦਾ ਸੀ ਤੇ ਸੇਵਾਦਾਰ ਪੋਚਾ ਲੈ ਕੇ ਤੁਰੇ ਫਿਰਦੇ ਹੁੰਦੇ ਸੀ ਬਿੱਠਾ ਚੁੱਕਦੇ। ਹੁਣ ਮੁਸੀਬਤ ਇਹ ਹੋ ਗਈ ਵੀ ਕਬੂਤਰ ਤੇ 9.5 ਫੁੱਟ ਤੋਂ ਨਹੀਂ ਹਟਦਾ ਤੇ 13.5 ਫੁੱਟ ਹੋ ਗਿਆ। ਹੁਣ ਕਦੇ ਨੋਟ ਕਰਿਓ, ਜਦੋਂ ਦੁਬਾਰਾ ਲੰਘੋਗੇ ਇਹਦੇ ਵਿੱਚ ਤਕਰੀਬਨ 4 ਫੁੱਟ ਦਾ ਪਲੇਨ ਸ਼ੀਸ਼ਾ ਹੈ। ਉਹ ਇੰਨਾ ਪਲੇਨ ਹੈ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਸ਼ੀਸ਼ਾ ਵੀ ਲੱਗਾ ਹੋਇਆ ਵਿੱਚ। ਉਹਦੀ ਸ਼ੀਸ਼ੇ ਦੀ ਲਾਉਣ ਦੀ ਐਡੀ ਕਲਾਕਾਰੀ ਹੈ ਕਿ ਤੁਹਾਨੂੰ 13.5 ਫੁੱਟ ਦਰਵਾਜ਼ੇ ਦਾ ਹੀ ਪਤਾ, ਵਿੱਚ 4 ਫੁੱਟ ਸ਼ੀਸ਼ੇ ਦਾ ਪਤਾ ਲੱਗਦਾ ਹੀ ਨਹੀਂ। ਤਾਂ ਤੁਸੀਂ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਵੀ ਉਹ ਜਿਹੜਾ ਕਬੂਤਰ ਹੈ ਨਾ, ਉਹ 50 ਵਾਰੀ ਸ਼ੀਸ਼ੇ 'ਚ ਵੱਜਾ ਆ ਕੇ
ਉਹ ਐਡਾ ਢੀਠ ਹੈ ਵੀ ਹੁਣ ਵੀ ਆਉਂਦਾ ਹੈ। ਪੰਛੀਆਂ ਨੂੰ ਭਾਸ਼ਾ ਪਤਾ ਹੈ। ਤੁਹਾਡੇ ਘਰ ਦਾ ਕੁੱਤਾ ਹੈ ਨਾ, ਉਹਨੂੰ ਵੀ ਪਿਆਰ ਦੀ ਬੋਲੀ ਆਉਂਦੀ ਹੈ। ਔਰ ਤੁਸੀਂ ਆਪ ਇਸ ਗੱਲ ਦੇ ਗਵਾਹ ਹੋਵੋਗੇ, ਮਾਲਕ ਮਰ ਜਾਏ ਦੂਜੇ ਦਿਨ ਕੁੱਤਾ ਮਰ ਜਾਂਦਾ ਹੈ। ਮਾਲਕ ਮਰ ਜਾਏ, ਕਈ ਵਾਰੀ ਘਰ ਦੀ ਗਾਂ ਦੂਜੇ ਦਿਨ ਮਰ ਜਾਂਦੀ ਹੈ। ਮਾਲਕ ਮਰ ਜਾਏ, ਘਰ ਦੀ ਪਾਲੀ ਬਿੱਲੀ ਰੋਟੀ ਨਹੀਂ ਖਾਂਦੀ। ਮਾਲਕ ਮੰਜੀ ਤੇ ਬਿਮਾਰ ਪੈ ਜਾਏ, ਕੁੱਤਾ ਬਾਹਰ ਉੱਠ ਕੇ ਨਹੀਂ ਜਾਂਦਾ, ਵਿਹੜੇ ਵਿੱਚੋਂ ਮੰਜੀ ਦੇ ਥੱਲੇ ਬਹਿ ਜਾਂਦਾ ਹੈ ਵੀ ਮੇਰਾ ਮਾਲਕ ਖੁਸ਼ ਨਹੀਂ ਹੈ ਤੇ ਮੈਂ ਕਾਹਨੂੰ ਬਾਹਰ ਚੱਲਣ ਜਾਣਾ ਹੈ। ਪਰਮਾਤਮਾ ਨੂੰ ਸਿਰਫ ਤੁਹਾਡੀ ਇੱਕ ਭਾਸ਼ਾ ਦਾ ਪਤਾ ਹੈ। ਮਤ ਸੋਚਣਾ ਵੀ ਉਹ ਪੰਜਾਬੀ ਸਮਝਦਾ ਹੈ, ਨਹੀਂ, ਉਹਨੂੰ ਪੰਜਾਬੀ ਨਹੀਂ ਆਉਂਦੀ। ਮਤ ਸੋਚਣਾ ਉਹਨੂੰ ਅੰਗਰੇਜ਼ੀ ਆਉਂਦੀ, ਉਹਨੂੰ ਅੰਗਰੇਜ਼ੀ ਨਹੀਂ ਆਉਂਦੀ। ਇਹ ਭਾਸ਼ਾ ਸਾਡੇ ਵਾਸਤੇ ਨੇ। ਇਹ ਜਿੰਨੀਆਂ ਲੈਂਗੁਏਜ ਨੇ ਇਹ ਤੁਹਾਡੇ ਮੇਰੇ ਵਾਸਤੇ ਨੇ ਕਿ ਮੈਂ ਆਪਣੀ ਗੱਲ ਕਹਿ ਸਕਾਂ, ਤੁਸੀਂ ਮੇਰੀ ਗੱਲ ਨੂੰ ਸਮਝ ਸਕੋ। ਪਰਮਾਤਮਾ ਜਿਹੜਾ ਹੈ ਉਹ ਤਾਂ ਸਦ ਸੁਣਦਾ, ਸਦ ਵੇਖਦਾ। ਉਹ ਤੇ ਕੋਲ ਖਲੋਤਾ ਵੇਖੀ ਵੀ ਜਾਂਦਾ ਤੇ ਉਹਨੂੰ ਹਰ ਚੀਜ਼ ਦਾ ਪਤਾ ਹੈ। ਉਹ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ। ਹਾਂਜੀ। ਪੱਖੇ ਬਾਦ ਮੈਂ ਉਰਜੇ ਜੋਈ, ਹੱਦਾਂ ਦੋਏ ਜਾਣ ਹੈ ਸੋਈ। ਜਿਹੜੇ ਲੋਕ ਪੱਖਵਾਦੀ ਨੇ, ਗੁਰੂ ਨਾਨਕ ਸਾਹਿਬ ਨੇ ਸ਼ੇਖ ਬ੍ਰਹਮ ਨੂੰ ਕਿਹਾ ਵੀ ਜਿਹੜੇ ਲੋਕ ਪੱਖਵਾਦੀ ਨੇ ਉਹਨਾਂ ਨੇ ਰੱਬ ਦੀਆਂ ਦੋ ਹੱਦਾਂ ਬਣਾਈਆਂ ਨੇ, ਇੱਕ ਹਿੰਦੂਆਂ ਦੀ, ਇੱਕ ਮੁਸਲਮਾਨਾਂ ਦੀ। ਹਾਂਜੀ। ਐਸੇ ਬਚਨ ਸੁਣੇ ਗੁਰ ਤੀਰ, ਗਮਣਿਓ ਤਬ ਸਮੀਪ ਨਿਜ ਪੀਰ। ਇਦਾਂ ਦੇ ਬਚਨ ਸੁਣ ਕੇ ਜਿਹੜਾ ਮੁਰੀਦ ਸੀ ਆਪਣੇ ਪੀਰ ਕੋਲ ਚਲਾ ਗਿਆ, ਸ਼ੇਖ ਬ੍ਰਹਮ ਜੀ ਕੋਲ ਚਲਾ ਗਿਆ। ਹਾਂਜੀ। ਸਰਬ ਜਵਾਬ ਸੁਣਾਇਓ ਜਬ ਹੀ, ਬੋਲਿਓ ਪੀਰ ਤਾਹੇ ਸੋ ਤਬ ਹੀ। ਇਹਨੇ ਮੁਰੀਦ ਨੇ ਜਾ ਕੇ ਆਪਣੇ ਪੀਰ ਨੂੰ ਉਹ ਜਿਹੜੀ ਇਹ ਬੈਤ ਲੈ ਕੇ ਆਇਆ ਸੀ ਉਹਦੇ ਅਰਥ ਵੀ ਦੱਸੇ ਤੇ ਉਹਦੇ ਅਰਥਾਂ ਦੀ ਵਿਆਖਿਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ ਉਹ ਵੀ ਸੁਣਾਈ। ਹਾਂਜੀ। ਤਾਤ ਬਾਤ ਕੋ ਮਰਮ ਜੋ, ਤੈ ਜਾਣਿਓ ਕੈ ਨਾਹੇ। ਤਾਤ ਬਾਤ ਕੋ ਮਰਮ ਜੋ, ਤੈ ਜਾਣਿਓ ਕੈ ਨਾਹੇ। ਮੁਰੀਦ ਜਿਹੜਾ ਸੀ ਉਹ ਆਪਣੇ ਮੁਰਸ਼ਿਦ ਨੂੰ ਪੁੱਛਦਾ ਹੈ ਵੀ ਮਾਲਕ, ਇਹ ਜਿਹੜਾ ਗੱਲ ਦਾ ਤਾਤ ਪਰਜ ਹੈ ਵੀ ਤੁਹਾਨੂੰ ਸਮਝ ਆਇਆ? ਮੈਨੂੰ ਤਾਂ ਉਹਨਾਂ ਨੇ ਜੋ ਸਮਝਾਇਆ ਮੈਂ ਤੁਹਾਨੂੰ ਆ ਕੇ ਦੱਸ ਦਿੱਤਾ ਹੈ। ਹਾਂਜੀ। ਅਜਮਤ ਇਸ ਮਹਿ ਅਦਕ ਹੈ, ਸੁਣੋ ਸਮਝ ਮਨ ਮਾਹੇ। ਉਹਦੇ ਵਿੱਚ ਅਜਮਤ ਬਹੁਤ ਹੈ, ਉਹਦੇ ਵਿੱਚ ਕਰਾਮਾਤ ਬਹੁਤ ਹੈ, ਉਹਦੇ ਵਿੱਚ ਸ਼ਕਤੀ ਬਹੁਤ ਹੈ। ਇਹ ਗੱਲ ਤੁਹਾਨੂੰ ਆਪਣੇ ਮਨ ਵਿੱਚ ਸਮਝਣ ਦੀ ਲੋੜ ਹੈ। ਹਾਂਜੀ। ਦਵੈਤ ਖੋਏ ਜਿਨ ਏਕ ਪਛਾਨਾ, ਮਿਲੇ ਖੁਦਾਏ ਸੇ ਮਨਜ ਸੁਜਾਨਾ। ਜਿਹੜਾ ਵਿਅਕਤੀ ਦਵੈਤ ਖੋਏਗਾ, ਜਿੰਨਾ ਚਿਰ ਦੂਈ ਨਹੀਂ ਖੋਵੋਗੇ ਇੱਕ ਦੀ ਪਹਿਚਾਣ ਨਹੀਂ ਹੋਏਗੀ। ਜਿੰਨਾ ਚਿਰ ਤੁਸੀਂ ਦੂਈ ਦਵੈਤ ਵਿੱਚ ਪਏ ਰਹੋਗੇ, ਤੁਸੀਂ ਆਪਣੇ ਘਰ 'ਚ ਵੇਖ ਲਓ, ਜਿੰਨਾ ਚਿਰ ਘਰ ਦੇ ਵਿੱਚ ਤੁਸੀਂ ਵੰਡੀਆਂ ਪਾ ਕੇ ਰੱਖੋਗੇ ਉਹਨਾਂ ਚਿਰ ਘਰ ਤਰੱਕੀ ਨਹੀਂ ਕਰ ਸਕਦਾ। ਜਾਂ ਇਉਂ ਕਹਿ ਲਈਏ ਵੀ ਘਰ 'ਚੋਂ ਬਾਹਰ ਨਿਕਲ ਕੇ ਕੁਝ ਹੋ ਹੀ ਨਹੀਂ ਸਕਦਾ। ਹੁਣ ਉਹਦੇ ਲਈ ਇੱਕ ਫੇਥ ਹੋਣਾ ਚਾਹੀਦਾ, ਉਹਦੇ ਲਈ ਇੱਕ ਵਿਸ਼ਵਾਸ ਹੋਣਾ ਚਾਹੀਦਾ। ਜਿਹੜੇ ਲੋਕ ਦੁਈ ਦਵੈਤ ਦੇ ਵਿੱਚ ਗਵਾਚੇ ਹੋਏ ਨੇ, ਮਿਲੇ ਖੁਦਾਏ ਸੇ ਮਨਜ ਸੁਜਾਨਾ। ਉਹ ਜਿਹੜਾ ਸ਼ੇਖ ਬ੍ਰਹਮ ਸੀ ਕਹਿਣ ਲੱਗਾ, ਜੇ ਉਸ ਹਿੰਦੂ ਫਕੀਰ ਨੇ ਦੁਈ ਗਵਾ ਦਿੱਤੀ ਹੈ, ਇੱਕ ਰੱਬ ਨੂੰ ਪਹਿਚਾਣਿਆ ਹੈ, ਕਹਿਣ ਲੱਗਾ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ, ਉਹਦੇ ਕੋਲ ਚੱਲ ਕੇ ਜਾਣਾ ਚਾਹੀਦਾ ਹੈ। ਹਾਂਜੀ। ਮੈਂ ਕੂ ਕਿਨੋ ਵਾਂਝ ਕੁਥਾਉ, ਤੇਹ ਦੀਦਾਰ ਕਰ ਔਰ ਸੁਖ ਪਾਉ। ਉਹ ਆਪਣੀ ਬੋਲੀ ਵਿੱਚ ਬੋਲਦਾ ਹੈ, ਜਿਹੜੀ ਪਾਕ ਪਟਣ ਦੀ ਬੋਲੀ ਹੈ, ਉੱਥੋਂ ਦੀ ਬੋਲੀ ਹੈ ਕਿ ਮੈਂ ਕੂ ਕਿਨੋ। ਕਿਨੋ ਦਾ ਅਰਥ ਹੁੰਦਾ ਮੈਨੂੰ ਲੈ ਕੇ ਚੱਲੋ। ਮੈਕੂ ਦਾ ਅਰਥ ਹੈ ਮੈਨੂੰ, ਕਿਨੋ ਦਾ ਅਰਥ ਹੈ ਲੈ ਚੱਲੋ।
ਮੈਂ ਕੂ ਕਿੰਨੋ ਵੰਜ ਉਠਾਉ ਵੰਜ ਤੁਰੋ। ਹੁਣ ਇਹ ਸ਼ਬਦ ਜਿਹੜੇ ਨੇ ਇਹ ਉਧਰ ਦੀ ਬੋਲੀ ਹੈ। ਹੁਣ ਜਿਵੇਂ ਸ਼ਬਦ ਆਉਂਦਾ ਹੈ ਮੰਝ ਮੁਹੱਬਤ ਤੇਰੀ, ਹੁਣ ਇਹ ਸ਼ਬਦ ਉਧਰ ਦੇ ਸ਼ਬਦ ਨੇ। ਕਹਿਣ ਲੱਗਾ ਜੀ ਮੈਨੂੰ ਲੈ ਕੇ ਚੱਲੋ। ਉਠਾਉ ਤਹਿ ਦੀਦਾਰ ਕਰ ਔਰ ਸੁਖ ਪਾਉ, ਮੈਂ ਉਸ ਹਿੰਦੂ ਫਕੀਰ ਦੇ ਦਰਸ਼ਨ ਕਰਕੇ ਸੁਖ ਪਾਉਣਾ ਚਾਹੁੰਦਾ। ਹੈ ਕੋਈ ਐਸਾ ਧਰਤੀ ਤੇ ਜਿਹਨੇ ਦੂਈ ਖਤਮ ਕਰ ਦਿੱਤੀ ਹੋਵੇ, ਜਿਹੜਾ ਇਸ ਵਿਤਕਰੇ ਵਿੱਚ ਨਹੀਂ ਕਿ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ। ਉਹ ਹਿੰਦੂਆਂ ਤੇ ਮੁਸਲਮਾਨਾਂ ਨੂੰ ਰੱਬ ਦੇ ਬੰਦੇ ਇਨਸਾਨ ਸਮਝਦਾ ਹੈ। ਔਰ ਇਸੇ ਕਰਕੇ ਜਦੋਂ ਪੜ੍ਹੇ ਲਿਖੇ ਲੋਕ ਕਹਿੰਦੇ ਨੇ, ਹਾਲਾਂਕਿ ਉਹਨਾਂ ਦੇ ਕਹਿਣ ਦੇ ਪਿੱਛੇ ਅਧੂਰਾ ਗਿਆਨ ਹੁੰਦਾ ਹੈ, ਨਹੀਂ ਜੀ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ, ਇੱਥੋਂ ਤੱਕ ਉਹਨਾਂ ਦੀ ਗੱਲ ਠੀਕ ਹੈ। ਪਰ ਉਹ ਇੰਨੀ ਗੱਲ ਕਹਿਣ ਲੱਗਿਆ ਉਹ ਫਿਰ ਜਿਹੜਾ ਰੱਬ ਵਾਲਾ ਧਰਮ ਹੈ ਉਹਦੇ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਕਰਦੇ ਨੇ। ਨਹੀਂ, ਜੇ ਕਿਤੇ ਉਹ ਇਹਨੂੰ ਨਾਲ ਲੈ ਕੇ ਚੱਲਣ ਤੇ ਉਹ ਸਾਡੇ ਨਾਲੋਂ ਕਿਤੇ ਅੱਗੇ ਚਲੇ ਗਏ। ਅਸਲ ਵਿੱਚ ਧਰਮ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ, ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ। ਆਪਾਂ ਜਦੋਂ ਵਲੀ ਕੰਧਾਰੀ ਦੀ ਗੱਲ ਕਰਦੇ ਹਾਂ ਉੱਥੇ ਇੱਕੋ ਹੀ ਗੱਲ ਦਾ ਨੁਕਤਾ ਬਾਰ-ਬਾਰ ਆਉਂਦਾ ਹੈ ਕਿ ਵਲੀ ਕੰਧਾਰੀ ਦੇ ਕੋਲ ਕੀ ਸੀ? ਉਹਦੇ ਕੋਲੇ ਪਾਣੀ ਦਾ ਇੱਕ ਚਸ਼ਮਾ ਸੀ। ਚਲੋ ਪਾਣੀ ਉਹਨੇ ਸਟੋਰ ਕਰ ਲਿਆ, ਪਾਣੀ ਸਟੋਰ ਕਰਕੇ ਪਿਆਉਣ ਦੇ ਬਹਾਨੇ ਉਹਦੀ ਹੱਟੀ ਚੱਲ ਗਈ। ਲੋਕ ਇਸ ਬਹਾਨੇ ਉਹਦੇ ਕੋਲੇ ਜਾਂਦੇ ਸੀ ਤੇ ਕਹਿੰਦੇ ਸੀ ਜੀ ਸਾਨੂੰ ਵਲੀ ਜੀ ਨੇ ਪਾਣੀ ਦਿੱਤਾ ਪੀਣ ਨੂੰ। ਪਾਣੀ ਤੇ ਰੱਬ ਦਾ ਪਾਣੀ ਸੀ, ਪਿਆਉਂਦਾ ਸੀ ਉਹ ਲੋਕਾਂ ਨੂੰ। ਲੋਕ ਇਸ ਗੱਲ ਦੀ ਕਦਰ ਕਰਦੇ ਸੀ। ਹਾਲਾਂਕਿ ਉਹਨੇ ਰੱਬ ਦੇ ਸੋਮੇ ਤੇ ਕਬਜ਼ਾ ਕਰ ਲਿਆ। ਪਹਿਲਾਂ ਮੱਲ ਮਾਰ ਲਈ ਜਿਵੇਂ ਆਪਾਂ ਕਰਦੇ, ਪਹਿਲਾਂ ਲੋਕਾਂ ਦਾ ਮਾਲ ਇਕੱਠਾ ਕਰ ਲਈਦਾ, ਮੁੜ ਕੇ ਦਾਨ ਕਰਨ ਲੱਗ ਜੀਦਾ ਵੀ ਲੋਕ ਮੈਨੂੰ ਦਾਨੀ ਕਹਿਣ। ਸਿੱਖ ਧਰਮ ਦੇ ਵਿੱਚ ਇਸੇ ਕਰਕੇ ਇਦਾਂ ਨਹੀਂ ਹੈਗਾ। ਸਿੱਖ ਧਰਮ 'ਚ ਹੈਗਾ ਕਿ ਜੋ ਰੱਬ ਨੇ ਤੁਹਾਨੂੰ ਦਿੱਤਾ ਹੈ, ਬਿਲਕੁਲ ਕਾਪੀ ਪੈਨ ਲੈ ਕੇ, ਕੈਲਕੂਲੇਟਰ ਲੈ ਕੇ, ਕਾਪੀ ਪੈਨ ਲੈ ਕੇ ਉਹਨੂੰ 10ਵਾਂ ਹਿੱਸਾ ਪਹਿਲਾਂ ਵੰਡੋ ਸਾਰਿਆਂ ਵਿੱਚ। ਉਹ ਕੀ ਕਰਦਾ ਸੀ? ਪਹਿਲਾਂ ਪਾਣੀ ਰੋਕਦਾ ਸੀ, ਫਿਰ ਲੋਕਾਂ ਨੂੰ ਪਿਆਉਂਦਾ ਸੀ। ਜਦੋਂ ਭਾਈ ਮਰਦਾਨਾ ਗਿਆ ਪਾਣੀ ਪਿਆ ਦਿੰਦਾ, ਗੱਲ ਮੁੱਕ ਜਾਣੀ ਸੀ। ਉਹਨੇ ਪੁੱਛਣਾ ਸ਼ੁਰੂ ਕਰ ਦਿੱਤਾ, ਤੂੰ ਕੌਣ ਹੈ, ਤੂੰ ਕਿੱਥੋਂ ਆਇਆ ਹੈ, ਤੇਰਾ ਪਿੰਡ ਕਿਹੜਾ ਹੈ, ਤੇਰੇ ਨਾਲ ਕੌਣ ਹੈ, ਦੱਸੋ। ਵੀ ਪਾਣੀ ਦਾ ਸੰਬੰਧ ਪਿਆਸੇ ਨਾਲ ਹੈ। ਪਾਣੀ ਪਿਆਉਣ ਲੱਗਿਆ ਵੀ ਪਹਿਲਾਂ ਐਡਰੈਸ ਚਾਹੀਦਾ, ਵੈਰੀਫਿਕੇਸ਼ਨ ਚਾਹੀਦੀ ਹੈ। ਜਿਵੇਂ ਆਪਾਂ ਕੀ ਆਧਾਰ ਕਾਰਡ ਕੱਢ ਬਈ ਵੀ ਤੈਨੂੰ ਤਾਂ ਪਾਣੀ ਮਿਲੇਗਾ। ਅੱਛਾ, ਭਾਈ ਮਰਦਾਨੇ ਨੇ ਸੋਚਿਆ ਉਹ ਸਾਡੇ ਵਰਗਾ, ਚਲੋ ਮੈਨੂੰ ਖਿਮਾ ਕਰ ਦੇਣਾ, ਸਾਡੇ ਵਰਗਾ ਤੇ ਨਹੀਂ ਹੋ ਸਕਦਾ, ਉਹ ਤੇ ਬੜਾ ਮਹਾਨ ਹੈ। ਪਰ ਉਹ ਇੱਕ ਪੱਖ ਉਹਦਾ ਸਿਰਫ ਕਿ ਉਹਨਾਂ ਨੇ ਬੜੇ ਮਾਣ ਨਾਲ ਦੱਸਿਆ ਭਾਈ ਮਰਦਾਨਾ ਜੀ ਬੜੇ ਵੱਡੇ ਨੇ, ਪਰ ਉਹਦਾ ਇੱਕ ਪੱਖ ਮੈਂ ਕਿਹਾ ਸਾਡੇ ਵਰਗਾ। ਉਹ ਜਿਵੇਂ ਆਪਾਂ ਨੂੰ ਕੋਈ ਪੁੱਛੇ ਵੀ ਤੂੰ ਕੌਣ ਹੈ ਤਾਂ ਅਸੀਂ ਫਟਾਫਟ ਆਪ ਦੱਸਦੇ ਹਾਂ, ਮੈਂ ਇਹ ਹਾਂ ਜੀ, ਮੇਰਾ ਮਾਲਕ ਇਹ ਹੈ ਜੀ, ਉਹਨਾਂ ਦੀ ਉੱਥੇ ਕੋਈ ਫੈਕਟਰੀ ਹੈ ਜੀ, ਕੋਠੀ ਹੈ ਜੀ, ਉਹ ਬੜੇ ਵੱਡੇ ਸਰਦਾਰ ਨੇ ਜੀ। ਭਾਈ ਮਰਦਾਨੇ ਨੇ ਵੀ ਦੱਸਣਾ ਸ਼ੁਰੂ ਕਰ ਦਿੱਤਾ ਵੀ ਮੈਂ ਤਲਵੰਡੀ ਤੋਂ ਆਇਆ ਜੀ, ਮੇਰਾ ਨਾਮ ਮਰਦਾਨਾ ਹੈ ਜੀ, ਮੈਂ ਨਾਨਕ ਨਿਰੰਕਾਰੀ ਨਾਨਕ ਤੱਪਾ ਜੀ ਦਾ ਸੇਵਾਦਾਰ ਹਾਂ ਜੀ, ਉਹਨਾਂ ਦੇ ਪਿਤਾ ਜੀ ਪਟਵਾਰੀ ਨੇ ਜੀ। ਉਹ ਵਲੀ ਕੰਧਾਰੀ ਜਿਹੜਾ ਸੀ ਉਹ ਉਬਲ ਗਿਆ। ਪਹਿਲੀ ਗੱਲ ਤਾਂ ਉਹਨੇ ਕਿਹਾ ਵੀ ਪਾਣੀ ਮੈਂ ਪਿਆਉਣਾ ਹੈ, ਉਸ ਤੇ ਆਪਣੇ ਮੁਰਸ਼ਦ ਦੀ ਕਰੀ ਜਾਂਦਾ। ਇੱਕ ਉਹਨੂੰ ਇਹ ਗੱਲ ਚੰਗੀ ਨਹੀਂ ਲੱਗੀ। ਦੂਜੀ ਉਹਨੇ ਕਿਹਾ ਵੀ ਅੱਛਾ ਉਹ ਜਿਹੜਾ ਨਾਨਕ ਕੁਰਾਈ ਹੈ ਤੂੰ ਉਹਦਾ ਚੇਲਾ ਹੈ, ਤੂੰ ਤੇ ਫਿਰ ਮਰਾਸੀ ਹੋਏਗਾ। ਉਹਨੇ ਕਿਹਾ ਜੀ ਹਾਂ। ਉਹ ਕਹਿੰਦਾ ਪਿਆਵਾਂ ਤੈਨੂੰ ਪਾਣੀ। ਉਥੋਂ ਐਸੀ ਗੱਲ ਵਿਗੜੀ, ਐਸੀ ਵਿਗੜੀ ਕਿ ਬਾਬੇ ਨਾਨਕ ਨੇ ਪਾਣੀ ਥੱਲੇ ਲਾ ਲਿਆ। ਮੁੜ ਕੇ ਬਾਬੇ ਨਾਨਕ ਦੇ ਪੈਰਾਂ ਤੇ ਮੱਥਾ ਟੇਕਦਾ ਫਿਰੇ ਵੀ ਮੈਨੂੰ ਮਾਫ ਕਰ ਦਿਓ ਜੀ। ਉਹਦੀ ਬਣੀ ਬਣਾਈ ਹੱਟੀ ਢਹਿ ਗਈ ਵਿਚਾਰੇ ਦੀ, ਕਿਉਂਕਿ ਪਾਣੀ ਦੇ ਸਿਰ ਤੇ ਉਹਦੀ ਮਾਨਤਾ ਸੀ। ਤਾਂ ਜਦੋਂ ਬਾਬੇ ਨੇ ਪਾਣੀ ਥੱਲੇ ਖਿੱਚ ਲਿਆ ਫਿਰ ਉਹ ਤੋਂ ਪੱਥਰ ਰੋੜਦਾ ਫਿਰਦਾ। ਪੰਜਾ ਸਾਹਿਬ ਦੀ ਇਹੀ ਕਥਾ ਹੈ ਨਾ। ਤੋ ਇਸ ਕਥਾ ਨੂੰ ਜਦੋਂ ਅੱਜ ਤੁਸੀਂ ਸੁਣਦੇ ਹੋ ਕਿ ਉਹ ਸ਼ੇਖ ਬ੍ਰਹਮ ਕਹਿਣ ਲੱਗਾ ਮੈਨੂੰ ਲੈ ਕੇ ਚੱਲੋ, ਮੈਂ ਐਸੇ ਪੀਰ ਦੇ ਜਦੋਂ ਦਰਸ਼ਨ ਕਰਾਂਗਾ ਤੇ ਮੇਰਾ ਵੀ ਜਨਮ ਸਫਲਾ ਹੋਏਗਾ। ਹਾਂਜੀ। ਕਰ ਮੁਰੀਦ ਆਗੇ ਤਹਿ ਕਾਲਾ,
ਚੜਿਓ ਪੀਰ ਸ਼ਿਵ ਕਾ ਪਰ ਚਾਲਾ। ਉਹ ਸ਼ੇਖ ਬ੍ਰਹਮ ਦੀ ਕਿੰਨੀ ਪੂਜਾ ਸੀ, ਉਹਦੇ ਕਿੰਨੇ ਮੁਰੀਦ ਹੋਣਗੇ, ਕਿੱਡਾ ਵੱਡਾ ਉਹਦਾ ਦੁਨੀਆ ਵਿੱਚ ਮਾਣ ਮਰਤਬਾ ਹੋਏਗਾ। ਉਹ ਸ਼ਿਵਕਾ ਵਿੱਚ ਬੈਠ ਕੇ ਆਇਆ ਹੈ, ਅੱਗੇ ਅੱਗੇ ਉਹ ਮੁਰੀਦ ਤੁਰਦਾ। ਤੇ ਇਹ ਜਿਹੜਾ ਪੀਰ ਸ਼ੇਖ ਬ੍ਰਹਮ ਹੈ, ਇਹ ਪਾਲਕੀ ਵਿੱਚ ਬੈਠਾ, 4 ਬੰਦਿਆਂ ਨੇ ਉਹਦੀ ਪਾਲਕੀ ਚੁੱਕੀ ਹੋਈ ਹੈ। ਹਾਂਜੀ। ਸ਼੍ਰੀ ਗੁਰ ਨਦਰ ਪਰੇ ਤਹਿ ਜਬ ਹੀ, ਉਤਰ ਚਲਿਓ ਪੈਰਨ ਸੋ ਤਬ ਹੀ। ਜਿਵੇਂ ਹੀ ਮੁਰੀਦ ਨੇ ਦੱਸਿਆ ਵੀ ਸ਼ੇਖ ਜੀ ਉਹ ਸਾਹਮਣੇ ਨਾਨਕ ਫਕੀਰ ਹੈ, ਕਹਿਣ ਲੱਗਾ ਪਾਲਕੀ ਇੱਥੇ ਰੱਖ ਦਿਓ, ਸ਼ਿਵਕਾ ਰੱਖ ਦਿਓ, ਹੁਣ ਮੈਂ ਤੁਰ ਕੇ ਜਾਵਾਂਗਾ। ਉਥੋਂ ਫਿਰ ਤੁਰ ਕੇ ਆਇਆ। ਹਾਂਜੀ। ਆਏ ਸਲਾਮਾਂ ਲੈ ਕੰਮ ਕਰ ਕੈ, ਬੈਠੇ ਹੋ ਨਿਕਟ ਪਾਓ ਔਰ ਧਰ ਕੈ। ਆ ਕੇ ਇਸਨੇ ਸਲਾਮਾ ਲੇਕਮ ਬੋਲਿਆ, ਬਹੁਤ ਭਾਉ ਨਾਲ ਆ ਕੇ ਬੈਠਾ। ਇੱਥੇ ਨਹੀਂ ਆਇਆ ਕਿ ਉਹਨੇ ਆ ਕੇ ਮੱਥਾ ਟੇਕਿਆ ਕੋਈ, ਪਰ ਬੜੇ ਅਦਬ ਨਾਲ। ਵੇਖੋ, ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਨਾ, ਇਹ ਜ਼ਰੂਰੀ ਨਹੀਂ ਕਿ ਤੁਸੀਂ ਮੱਥਾ ਟੇਕੋ ਤੇ ਹੀ ਅਦਬ ਹੁੰਦਾ ਹੈ। ਤੁਸੀਂ ਕਈ ਵਾਰੀ ਖੁਦ ਹੀ ਮਹਿਸੂਸ ਕਰੋ ਕਿ ਮੈਂ ਗਿਆ, ਕਹਿੰਦੇ ਉਹਨੂੰ ਬੜਾ ਹੀ ਚਾਅ ਕੀਤਾ, ਉਹਨਾਂ ਬੜੀ ਖੁਸ਼ੀ ਕੀਤੀ। ਤੇ ਤੁਸੀਂ ਇਹ ਵੀ ਸੁਣਿਆ ਕਿ ਘਰ 'ਚ ਸਵੇਰੇ ਬਹੂ ਉੱਠੀ ਹੈ, ਉਹਨੇ ਆ ਕੇ ਸੱਸ ਨੂੰ ਮੱਥਾ ਟੇਕਿਆ ਤੇ ਸੱਸ ਨੇ ਹੱਥ ਚੁੱਕ ਕੇ ਪਰੇ ਮਾਰੇ ਵੀ ਇਹ ਪਖੰਡ ਨਾ ਕਰਨੀ, ਸਾਰਾ ਦਿਨ ਮੁੜ ਕੇ ਮੈਨੂੰ ਤੂੰ ਪੁੱਛਣਾ ਨਹੀਂ, ਨਾ ਚਾਹ ਨਾ ਪਾਣੀ ਨਾ ਰੋਟੀ ਨਾ ਕੱਪੜੇ, ਨਾ ਨਹਾਉਣ ਨੂੰ ਪਾਣੀ ਦੇਣਾ, ਨਾ ਮੰਜੀ ਧੁੱਪੇ ਛਾਵੇਂ ਕਰਨੀ ਹੈ। ਆ ਸਵੇਰੇ ਸਵੇਰੇ ਪਖੰਡ ਕਾਹਦਾ ਮੱਥਾ ਟੇਕ ਰਹੀ ਹੈ ਤੂੰ ਮੈਨੂੰ? ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਕਹੀਏ ਜੀ ਮੱਥਾ ਟੇਕਣਾ ਹੀ ਸਭ ਕੁਝ ਹੈ। ਮੱਥਾ ਟੇਕਣਾ ਉਦੋਂ ਹੀ ਮੁਬਾਰਕ ਹੈ, ਤੁਧ ਨੋ ਨਿਵਣ ਮੰਨਣ ਤੇਰਾ ਨਾਉ। ਜਦੋਂ ਹੁਕਮ ਵੀ ਮੰਨੋਗੇ, ਜਦੋਂ ਇੱਥੇ ਆ ਕੇ ਅਸੀਂ ਹੁਕਮ ਮੰਨਾਂਗੇ ਮੱਥਾ ਟੇਕ ਕੇ, ਤੇ ਮੱਥਾ ਟੇਕਣਾ ਮੁਬਾਰਕ ਹੈ। ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਇੱਥੇ ਪੀਰ ਜੀ ਦੇ ਮੱਥਾ ਟੇਕਣ ਦਾ ਜ਼ਿਕਰ ਨਹੀਂ ਆਇਆ, ਪਰ ਉਹਨੇ ਆ ਕੇ ਸਲਾਮਾ ਲੇਕਮ ਆਖਿਆ, ਬਹੁਤ ਚਾਅ ਪ੍ਰਗਟ ਕੀਤਾ। ਉਹਨੇ ਕਿਹਾ ਜੀ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਆਏ ਹੋ, ਮੈਨੂੰ ਤੁਹਾਡੀ ਮਹਿਮਾ ਪਤਾ ਲੱਗੀ ਹੈ, ਵੇਖੋ ਮੈਂ ਚੱਲ ਕੇ ਆਇਆ ਤੁਹਾਡੀ ਜ਼ਿਆਰਤ ਕਰਨ ਵਾਸਤੇ। ਬੂਝਣ ਲਾਗਿਓ ਦੇਹੋ ਬਤਾਈ, ਆਗੇ ਕੈਸੋ ਹਾਲ ਬਿਹਾਈ। ਆਉਂਦਿਆਂ ਹੀ ਉਹਨੇ ਸਮਾਂ ਖਰਾਬ ਨਹੀਂ ਕੀਤਾ। ਇੱਕ ਤਾਂ ਸਾਡੇ 'ਚ ਇਹ ਬੜੀ ਵੱਡੀ ਗੱਲ ਹੈ, ਅਸੀਂ ਕਿਸੇ ਨੂੰ ਫੋਨ ਮਿਲਾਈਏ ਨਾ, ਹੁਣ ਜਿਵੇਂ ਸਾਨੂੰ ਫੋਨ ਆਉਂਦਾ ਹੈ, ਗਿਆਨੀ ਜੀ ਸੁੱਤੇ ਤੇ ਨਹੀਂ ਸੁੱਤਾ ਤਾਂ ਨਹੀਂ ਮੈਂ, ਠੀਕ ਹੋ ਨਾ, ਸੇ ਠੀਕ ਆ ਨਾ, ਖਾਣਾ ਖੁਣਾ ਖਾ ਲਿਆ ਜੀ, ਵੀ ਪੁੱਛੋ ਵੀ ਤੂੰ ਰੋਟੀ ਪਕਾ ਕੇ ਡੱਬੇ 'ਚ ਬੈਠਾ ਦੱਸ। ਹਾਲਾਂਕਿ ਉਹ ਨਹੀਂ ਮੈਨੂੰ ਪਤਾ ਤੁਹਾਡਾ ਟਾਈਮ ਬੜਾ ਕੀਮਤੀ ਹੈ, ਵੀ ਟਾਈਮ ਕੀਮਤੀ ਤੇ ਕੰਮ ਦੀ ਗੱਲ ਕਰ। ਸਾਡੀ ਸਾਰਿਆਂ ਦੀ ਆਦਤ ਇਹ ਹੈ ਕਿ ਅਸੀਂ ਆਪਣੀ ਔਰ ਦੂਜੇ ਦੇ ਟਾਈਮ ਦੀ ਰਿਸਪੈਕਟ ਨਹੀਂ ਕਰਦੇ। ਏਡਾ ਵੱਡਾ ਸ਼ੇਖ ਬ੍ਰਹਮ ਆਇਆ ਹੈ ਤੇ ਏਡੇ ਵੱਡੇ ਗੁਰੂ ਨਾਨਕ ਨੂੰ ਮਿਲਿਆ, ਉਹਨੇ ਆ ਕੇ ਬਿਲਕੁਲ ਨਹੀਂ ਕਿਹਾ ਵੀ ਆ ਮਹਾਰਾਜ ਮੈਂ ਹਲਦੀ ਰਾਮ ਦਾ ਸਮਾਨ ਲਿਆਂਦਾ ਹੈ, ਬੀਕਾਨੇਰ ਵਾਲੇ ਦਾ ਲਿਆਂਦਾ ਹੈ, ਆਪ ਰੋਸ਼ਨ ਲਾਲ ਦੀ ਕੁਲਫੀ ਇੱਕ ਆ ਖਾ ਕੇ ਵੇਖੋ, ਆ ਥੋੜਾ ਅਕੇਲੇ ਨੇ ਆਏ ਉੱਥੋਂ ਕਸ਼ਮੀਰ ਤੋਂ ਸੇਬ ਆਏ ਨੇ, ਇਹ ਖਾ ਕੇ ਵੇਖੋ ਤੁਸੀਂ ਨਾ। ਉਹਨੇ ਟੂ ਦਾ ਪੁਆਇੰਟ ਗੱਲ ਕੀਤੀ ਹੈ, ਨਾ ਆਪਣਾ ਟਾਈਮ ਖਰਾਬ ਕੀਤਾ ਨਾ ਦੂਜੇ ਦਾ ਟਾਈਮ ਖਰਾਬ ਕੀਤਾ। ਸਾਡਾ ਤੇ ਕੁਛ ਟਾਈਮ ਤੇ ਉਹ ਮੁਸਲਮਾਨਾਂ ਵਾਂਗੂ ਲੰਘ ਜਾਂਦਾ, ਪਹਿਲੇ ਆਪ ਗੱਡੀ ਟਪਾ ਦਿੰਦੇ ਅਸੀਂ, ਰਹਿੰਦਾ ਖੁੰਦਾ ਟਾਈਮ ਅਸੀਂ ਖਾਣ ਪੀਣ ਤੇ ਖਰਾਬ ਕਰ ਲੈਂਦੇ ਆ। ਫਿਰ ਕੰਮ ਦੀ ਗੱਲ ਤੇ ਸਾਨੂੰ ਪਹਿਲੀ ਗੱਲ ਤੇ ਆਉਂਦੀ ਨਹੀਂ, ਆਉਂਦੀ ਹੈ ਤੇ ਸਾਨੂੰ ਕਰਨੀ ਨਹੀਂ ਆਉਂਦੀ, ਤੇ ਜੇ ਕਰਨੀ ਆਉਂਦੀ ਤੇ ਉਦੋਂ ਤੱਕ ਦੂਜਾ ਟਾਈਮ ਲੰਘ ਚੁੱਕਿਆ ਹੁੰਦਾ, 15 ਮਿੰਟ ਅਸੀਂ ਗਵਾ ਚੁੱਕੇ ਹੁੰਦੇ ਆ ਨਾ। ਉਹਨੇ ਆਉਂਦਿਆਂ ਹੀ ਖੁਸ਼ੀ ਪ੍ਰਗਟ ਕੀਤੀ ਹੈ ਵੀ ਤੁਸੀਂ ਆਏ ਤੇ ਮੈਨੂੰ ਬਹੁਤ ਅੱਛਾ ਲੱਗਾ, ਮੇਰੀ ਖੁਸ਼ਕਿਸਮਤੀ ਹੈ ਕਿ ਤੁਸੀਂ ਇਸ ਨਗਰੀ ਵਿੱਚ ਆ ਕੇ ਆਪਣੇ ਚਰਨ ਪਾਏ ਨੇ। ਕਹਿਣ ਲੱਗਾ ਜੀ ਇੱਕ ਕਿਰਪਾ ਕਰੋ, ਬੂਝਣ ਲਾਗਿਓ ਦੇਹੋ ਬਤਾਈ, ਆਗੇ ਕੈਸੋ ਹਾਲ ਬਿਹਾਈ। ਕਹਿਣ ਲੱਗਾ ਜੀ ਕਿਰਪਾ ਕਰਕੇ ਦੱਸੋ ਵੀ ਅੱਗੇ ਕੀ ਹਾਲ ਹੋਏਗਾ। ਵੀ ਪਿਛਲਾ ਤੇ ਮੈਂ ਵੇਖ ਹੀ ਲਿਆ, ਜਦੋਂ ਦਾ ਜੰਮਿਆ ਜੋ ਕੁਝ ਹੋਇਆ ਬੀਤਿਆ, ਹੱਡ ਬੀਤੀ ਜੱਗ ਬੀਤੀ, ਮੈਂ ਖੁਦ ਗਵਾਹ ਹੈਗਾ। ਅਗਲੀ ਗੱਲ ਸੁਣਾਓ ਜਿਹੜੀ ਰੱਬ ਦੇ ਘਰ ਦੀ, ਜਿਹਦਾ ਮੈਨੂੰ ਨਹੀਂ ਪਤਾ ਅੱਗੋਂ ਕਿਵੇਂ ਹੋਏਗਾ।
ਹਾਂਜੀ। ਗੁਰੂ ਭਨੈ ਦਰਗਾਹ ਮਹਿ ਸਾਚੇ ਪਾਵੈ ਮਾਨ। ਸਤਿਗੁਰੂ ਕਹਿਣ ਲੱਗੇ ਪੀਰ ਜੀ ਅੱਗੇ ਦੀ ਗੱਲ ਇਹ ਹੈ ਵੀ ਰੱਬ ਦੀ ਦਰਗਾਹ ਵਿੱਚ ਮਾਣ ਸਿਰਫ ਸੱਚੇ ਬੰਦੇ ਨੂੰ ਮਿਲੇਗਾ। ਜਿਹੜਾ ਸੱਚਾ ਮਨੁੱਖ ਹੋਏਗਾ ਉਹਨੂੰ ਇੱਜ਼ਤ ਮਿਲੇਗੀ ਉੱਥੇ। ਹਾਂਜੀ। ਕੂੜੀ ਕੂੜੈ ਬੇਖ ਕੀ ਤਿਨ ਕੋ ਤਹਿ ਨਹਿ ਥਾਨ। ਝੂਠੇ ਤੇ ਝੂਠੇ ਭੇਖ ਕਰਨ ਵਾਲੇ ਲੋਕਾਂ ਦੀ ਰੱਬ ਦੇ ਘਰ ਵਿੱਚ ਕੋਈ ਥਾਂ ਨਹੀਂ। ਇਹਨੂੰ ਕਹਿੰਦੇ ਨੇ ਟੂ ਦਾ ਪੁਆਇੰਟ, ਮਤਲਬ ਦੀ ਗੱਲ। ਥੋੜੇ ਸ਼ਬਦਾਂ 'ਚ ਸਭ ਕੁਝ ਕਹਿ ਦਿੱਤਾ। ਉਹਨੇ ਦੀ ਵਿਆਖਿਆ ਕਰਨੀ ਹੈ ਜਿੰਨੀ ਮਰਜ਼ੀ ਕਰੀ ਜਾਓ। ਸ਼ੇਖ ਬ੍ਰਹਮ ਨੇ ਪੁੱਛਿਆ ਜੀ ਰੱਬ ਦੇ ਘਰ ਦੀ ਗੱਲ ਸੁਣਾਓ। ਸਤਿਗੁਰੂ ਕਹਿਣ ਲੱਗੇ ਰੱਬ ਦੇ ਘਰ ਦੀ ਗੱਲ ਇਹ ਹੈ ਜਿਹੜੇ ਸਚਿਆਰ ਮਨੁੱਖ ਨੇ ਉਹਨਾਂ ਦੀ ਉੱਥੇ ਬਹੁਤ ਇੱਜ਼ਤ ਹੈ। ਜਿਹੜੇ ਆਪ ਝੂਠੇ ਨੇ, ਜਿਨ੍ਹਾਂ ਦਾ ਭੇਖ ਝੂਠਾ ਹੈ, ਉਹਨਾਂ ਨੂੰ ਰੱਬ ਦੇ ਘਰ 'ਚ ਥਾਂ ਹੀ ਕੋਈ ਨਹੀਂ। ਇਹ ਨਹੀਂ ਵੀ ਉਹਨਾਂ ਨੂੰ ਮੰਜੀ ਮਿਲ ਜਾਏਗੀ ਜੀ, ਮੰਜੀ ਨਹੀਂ ਮਿਲੀ ਚਲੋ ਪੀੜੀ ਮਿਲ ਜਾਏਗੀ, ਚਲੋ ਉਹਨਾਂ ਨੂੰ ਸੌਫਟ ਡਰਿੰਕ ਨਹੀਂ ਮਿਲੇਗਾ, ਉਹਨਾਂ ਨੂੰ ਕੋਈ ਸ਼ਬੀਲ ਦਾ ਮਿੱਠਾ ਪਾਣੀ ਮਿਲ ਜਾਏਗਾ ਹੀ ਨਾ। ਕਹਿੰਦੇ ਥਾਂ ਹੀ ਹੈ ਨਹੀਂ ਉਹਨਾਂ ਵਾਸਤੇ। ਉਹਨਾਂ ਵਾਸਤੇ ਕੋਈ ਐਂਟਰੀ ਨਹੀਂ ਹੈ। ਉਹਨਾਂ ਦੀ ਰੱਬ ਦੇ ਘਰ ਵਿੱਚ ਕੋਈ ਕਿਸੇ ਤਰ੍ਹਾਂ ਦੀ ਥਾਂ ਨਹੀਂ ਹੈ। ਉਹ ਜਾ ਹੀ ਨਹੀਂ ਸਕਦੇ ਉੱਥੇ। ਰੱਬ ਦਾ ਘਰ ਉਹਨਾਂ ਦੇ ਵਾਸਤੇ ਬੰਦ ਹੈ। ਹਾਂਜੀ। ਜਨਮਤ ਮਰਤ ਪਵੇ 84 ਸਦਾ ਰਹਿਤ ਤਿਨ ਗਰ ਜਮ ਫਾਸੀ। ਉਹ ਲੋਕ ਜੰਮਦੇ ਨੇ, ਮਰਦੇ ਨੇ, 84 ਲੱਖ ਜੂਨਾ ਭੋਗਦੇ ਨੇ। ਉਹਨਾਂ ਦੇ ਗਲਾਂ ਵਿੱਚ ਰੋਜ਼ ਜਮਾਂ ਦੀਆਂ ਫਾਹੀਆਂ ਪੈਂਦੀਆਂ ਨੇ। ਹਾਂਜੀ। ਸਨਮੁਖ ਬੈਠੇ ਸ਼੍ਰੀ ਗੁਣ ਖਾਨੀ ਪੀਰ ਹਿਰਦੇ ਕੀ ਸਭ ਬਿਦ ਜਾਨੀ। ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਸਨਮੁਖ ਪੀਰ ਸ਼ੇਖ ਬ੍ਰਹਮ ਬੈਠਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਉਹਦੇ ਸਵਾਲ ਦਾ ਜਵਾਬ ਤੇ ਦੇ ਦਿੱਤਾ ਤੇ ਨਾਲ ਇਹ ਵੀ ਪੜ੍ਹ ਲਿਆ ਵੀ ਇਹਦੇ ਅੰਦਰ ਕੀ ਚੱਲਦਾ ਹੈ। ਜਦੋਂ ਤੁਸੀਂ ਕਿਸੇ ਦੇ ਨਾਲ ਤੁਸੀਂ ਗੱਲ ਕਰਦੇ ਹੋ ਨਾ, ਤੁਸੀਂ ਸੁਣਿਆ ਹੋਏਗਾ ਕਈ ਬੰਦੇ ਮਨੋਵਿਗਿਆਨੀ ਹੁੰਦੇ ਨੇ। ਮਨੋਵਿਗਿਆਨੀ ਕੌਣ ਹੈ? ਜਿਹੜਾ ਤੁਹਾਡੇ ਅੰਦਰ ਨੂੰ ਪੜ੍ਹਨ ਦੀ ਸ਼ਕਤੀ ਰੱਖਦਾ ਹੋਵੇ। ਜਿਹੜੇ ਡਾਕਟਰ ਨੇ, ਡਾਕਟਰਾਂ ਦੇ ਵਿੱਚ ਵੇਖਿਆ ਹੋਏਗਾ ਜਿਹੜੇ ਪੁਰਾਣੇ ਹਿਕਮਤ ਕਰਨ ਵਾਲੇ ਹਕੀਮ ਹੁੰਦੇ ਸੀ, ਉਹ ਬੰਦੇ ਨੂੰ ਸਾਹਮਣੇ ਬਿਠਾ ਕੇ ਰੋਗ ਦੱਸ ਦਿੰਦੇ ਸੀ। ਜਦੋਂ ਇਹ ਹਿਕਮਤ ਬੜੀ ਸਿਖਰ ਤੇ ਸੀ ਤੇ ਉਦੋਂ ਬਿਮਾਰੀ ਇਦਾਂ ਬੁੱਝੀ ਜਾਂਦੀ ਸੀ। ਫਿਰ ਜਦੋਂ ਥੋੜੀ ਜੀ ਕਮਜ਼ੋਰੀ ਆਈ ਇਹਦੇ 'ਚ, ਲੋਕਾਂ ਨੇ ਸਾਧਨਾ ਛੱਡ ਦਿੱਤੀ, ਫਿਰ ਦੂਜਾ ਕੰਮ ਚੱਲਿਆ ਕਿ ਬਿਮਾਰ ਬੰਦੇ ਦੇ ਹੱਥ ਨੂੰ ਧਾਗਾ ਬੰਨ੍ਹ ਦਿੱਤਾ ਜਾਂਦਾ ਸੀ। ਹੱਥ ਤੇ ਧਾਗਾ ਬੰਨ੍ਹ ਦੇਣਾ ਘੁੱਟ ਕੇ, ਤੇ ਉਹ ਧਾਗੇ ਦਾ ਦੂਜਾ ਸਿਰਾ ਕੰਨ ਦੇ ਕੋਲ, ਉਹਨੇ ਨਬਜ ਵੇਖਣੀ ਵੀ ਇਹਦੀ ਨਬਜ ਕਿਵੇਂ ਚੱਲਦੀ ਹੈ। ਫਿਰ ਹਿਕਮਤਕਾਰੀ ਥੋੜੀ ਜਿਹੀ ਹੋਰ ਕਮਜ਼ੋਰ ਹੋਈ ਤੇ ਫਿਰ ਉਹ ਹੁੰਦਾ ਸੀ ਵੀ ਇੱਦਾਂ ਨਬਜ ਫੜ ਕੇ ਕਹਿਣਾ ਡਾਕਟਰ ਨੇ ਇੱਦਾਂ। ਤੁਸੀਂ ਵੇਖਿਆ ਹੋਏਗਾ ਨਿੱਕੇ ਹੁੰਦੇ ਆ, ਅੱਜ ਕੱਲ੍ਹ ਕੋਈ ਨਬਜ ਨਹੀਂ ਫੜਦਾ, ਆਉਂਦਾ ਹੀ ਕੁਛ ਨਹੀਂ ਹੈ। ਅੱਜ ਕੱਲ੍ਹ ਤਾਂ ਸਿਰਫ ਕਾਪੀ ਪੈਨ ਆਉਂਦਾ ਵੀ ਉਹ 5-7 ਹਜ਼ਾਰ ਦੇ ਟੈਸਟ ਲਿਖ ਦਿੰਦੇ ਨੇ। ਮਸ਼ੀਨਾਂ ਪੜ੍ਹਦੀਆਂ ਨੇ ਕਿ ਬੰਦੇ ਨੂੰ ਕੀ ਹੈ, ਉਹਨੂੰ ਆਪ ਨੂੰ ਨਹੀਂ ਪੜ੍ਹਨਾ ਆਉਂਦਾ। ਫਿਰ ਕਈ ਵਾਰੀ ਇੱਦਾਂ ਵੀ ਹੁੰਦਾ, ਕਹਿੰਦਾ ਨਹੀਂ ਜੀ ਇਹ ਲੈਬ ਠੀਕ ਨਹੀਂ, ਹੁਣ ਤੁਸੀਂ ਉੱਥੋਂ ਲਿਆਓ ਟੈਸਟ ਕਰਾ ਕੇ। ਉਸ ਸਮੇਂ ਦਾ ਵੀ ਮਸ਼ੀਨ ਵੀ ਫੇਲ ਹੋ ਗਈ ਹੈ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਬੈਠੇ ਸਾਹਮਣੇ ਸ਼ੇਖ ਬ੍ਰਹਮ ਦੇ ਅੰਦਰ ਨੂੰ ਪੜ੍ਹਿਆ ਕਿ ਉਹਦਾ ਸਵਾਲ ਇਹ ਹੈ, ਪਰ ਉਹਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਕੁਝ ਹੋਰ ਹੈ। ਹਾਂਜੀ। ਕਾਬੇ ਦਿਸ਼ਾਹੁ ਤੋ ਤੇਹ ਬਦਨਾ ਪ੍ਰਾਚੀ ਦੇਸ਼ ਮੁਖ ਸ਼੍ਰੀ ਸੁਖ ਸਦਨਾ। ਸਤਿਗੁਰੂ ਨੇ ਵੇਖਿਆ ਵੀ ਇਹਨਾਂ ਬੜੀ ਦੁਬਿਧਾ 'ਚ ਹੈ। ਦੁਬਿਧਾ ਕੀ? ਸਤਿਗੁਰੂ ਪਿਤਾ ਜੀ ਪੂਰਬ ਵਾਲੇ ਪਾਸੇ ਬੈਠੇ ਸਨ, ਜਿੱਧਰੋਂ ਸੂਰਜ ਚੜ੍ਹਦਾ ਹੈ, ਤੇ ਸ਼ੇਖ ਬ੍ਰਹਮ ਦੀ ਭਾਵਨਾ ਸੀ ਵੀ ਮੈਂ ਲਹਿੰਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਬਵਾਂ, ਕਿਉਂਕਿ ਮੱਕਾ ਉਧਰ ਹੈ। ਉਹ ਬੜੀ ਦੁਬਿਧਾ ਵਿੱਚ ਹੈ ਵੀ ਸਤਿਗੁਰੂ ਇੱਧਰ ਬੈਠੇ ਨੇ, ਮੱਕਾ ਇੱਧਰ ਹੈ, ਤੇ ਮੂੰਹ ਕਿੱਧਰ ਕਰਾਂ ਮੈਂ। ਇਹ ਉਹਦੇ ਅੰਦਰ ਚੱਲ ਰਹੀ ਹੈ ਗੱਲ ਸ਼ੇਖ ਬ੍ਰਹਮ ਦੇ। ਸਤਿਗੁਰਾਂ ਨੇ ਬੁੱਝ ਲਈ।
ਹਾਂਜੀ। ਸ਼ੁਭ ਉਪਦੇਸ਼ ਦੇਨ ਤਿਹ ਤਾਈ ਬਚਨ ਬਖਾਨੇ ਪੁਨ ਜਗ ਸਾਈ। ਸਤਿਗੁਰੂ ਜੀ ਨੇ ਉਪਦੇਸ਼ ਦੇਣ ਲਈ ਆਪਣੇ ਮੁਖ ਤੋਂ ਇਹ ਬਚਨ ਉਚਾਰੇ ਨੇ। ਹਾਂਜੀ। ਜਾਣਿਓ ਕਾਬੇ ਬੀਚ ਖੁਦਾਏ ਤੁਮ ਜਾਣਤ ਹੋ ਔਰ ਨ ਜਾਏ। ਸਤਿਗੁਰੂ ਕਹਿਣ ਲੱਗੇ ਮੈਂ ਸਮਝ ਗਿਆ ਸ਼ੇਖ ਬ੍ਰਹਮ, ਤੇਰੇ ਮਨ ਵਿੱਚ ਇੱਕ ਗੱਲ ਪੱਕੀ ਘਰ ਕਰ ਚੁੱਕੀ ਹੈ ਕਿ ਜਿਹੜਾ ਖੁਦਾ ਹੈ ਉਹ ਸਿਰਫ ਮੱਕੇ ਵਿੱਚ ਹੈ। ਇਸ ਕਰਕੇ ਤੂੰ ਜਿੱਥੇ ਬਹਿਣਾ ਹੈ ਉੱਥੇ ਪੱਛਮ ਵਾਲੇ ਪਾਸੇ ਨੂੰ ਮੂੰਹ ਕਰ ਲੈਣਾ ਵੀ ਰੱਬ ਤੇ ਇੱਧਰ ਹੈ। ਹਾਂਜੀ। ਇਸ ਪ੍ਰਕਾਰ ਤੁਮ ਖੋਜਤ ਤਾਹੀ ਜਿਉ ਕੋ ਵਸਤ ਹੋਏ ਜਲ ਮਾਹੀ। ਤੇ ਸਤਿਗੁਰੂ ਕਹਿਣ ਲੱਗੇ ਵੀ ਇਹ ਤਾਂ ਇਸ ਤਰ੍ਹਾਂ ਹੋ ਗਿਆ ਕਿ ਤੂੰ ਵਸਤੂ ਲੱਭਦਾ ਹੈ ਬਾਹਰ ਤੇ ਵਸਤੂ ਹੋਵੇ ਪਾਣੀ 'ਚ, ਤੇ ਜਿਹੜੀ ਚੀਜ਼ ਪਾਣੀ 'ਚ ਹੋਵੇ ਉਹ ਬਾਹਰ ਧਰਤੀ ਦੇ ਉੱਤੋਂ ਨਹੀਂ ਲੱਭੀ ਜਾ ਸਕਦੀ, ਪਹਾੜਾਂ ਤੋਂ ਨਹੀਂ ਲੱਭੀ ਜਾ ਸਕਦੀ। ਤੇਰੀ ਤੇ ਖੋਜ ਹੀ ਗਲਤ ਹੈ। ਤੂੰ ਕਾਬੇ 'ਚੋਂ ਰੱਬ ਲੱਭਦਾ ਹੈ ਤੇ ਰੱਬ ਕਾਬੇ 'ਚ ਹੈ ਨਹੀਂ। ਇਹ ਤੇ ਇਵੇਂ ਹੈ ਜਿਵੇਂ ਚੀਜ਼ ਪਾਣੀ ਵਿੱਚ ਹੋਵੇ ਤੇ ਬੰਦਾ ਧਰਤੀ ਤੇ ਲੱਭਦਾ ਫਿਰਦਾ ਹੋਵੇ। ਹੁਣ ਜਿਹੜੀ ਪਾਣੀ ਵਾਲੀ ਚੀਜ਼ ਉਹਦੇ ਕੋਲ ਪਾਣੀ 'ਚ ਵੜੇਗਾ ਤੇ ਲੱਭੇਗੀ ਉਹਨੂੰ ਭਾਈ। ਬਾਹਰ ਫਰੋਲਦੇ ਫਿਰ ਉਹ ਕੀ ਫਰਕ ਪੈਂਦਾ? ਬੜੇ ਧਾਰਮਿਕ ਗੀਤ ਆਏ, ਮਿੱਟੀ ਨਾ ਫਰੋਲ ਬੰਦੇ ਆ, ਉਹਦਾ ਅਰਥ ਇਹੀ ਸੀਗਾ ਵੀ ਐਵੇਂ ਥਾਂ ਥਾਂ ਤੇ ਕਿਉਂ ਤੁਰਿਆ ਫਿਰਦਾ ਤੂੰ। ਹਾਂਜੀ। ਇਉ ਨਹਿ ਪਾਏ ਸਕੋਗੇ ਕਬ ਹੀ ਕੋਟ ਜਨਮ ਧਾਰ ਖੋਜੋ ਜਬ ਹੀ। ਇਉਂ ਪੀਰ ਸ਼ੇਖ ਬ੍ਰਹਮ ਜੀ ਕਰੋੜਾਂ ਜਨਮ ਧਾਰਨ ਕਰਕੇ ਜੰਮ ਕੇ ਮਰ ਕੇ ਵੀ ਤੁਹਾਨੂੰ ਖੁਦਾ ਨਾ ਕਦੇ ਲੱਭੇਗਾ ਨਾ ਮਿਲੇਗਾ। ਲੱਗੇ ਰਹੋ ਮੱਕੇ ਵੱਲ, ਕਾਬੇ ਵੱਲ ਮੂੰਹ ਕਰਕੇ ਬੈਠੇ ਰਹੋ। ਹਾਂਜੀ। ਪੀਰ ਕਹੇ ਸੁਣ ਨਾਨਕ ਤਪਾ ਤੁਰਕ ਦੀਨ ਕੋ ਕਾਬਾ ਥਪਾ। ਸ਼ੇਖ ਬ੍ਰਹਮ ਕਹਿਣ ਲੱਗਾ ਨਾਨਕ ਜੀ ਮੇਰਾ ਕਸੂਰ ਕੀ ਹੈ? ਸਾਰਾ ਇਸਲਾਮ ਮੰਨਦਾ, ਮੈਂ ਇਕੱਲਾ ਥੋੜਾ। ਸਾਰਾ ਇਸਲਾਮ, ਸਾਰਾ ਮੁਸਲਮਾਨ ਧਰਮ ਕਹਿੰਦਾ ਅੱਲਾ ਉੱਥੇ ਹੈ, ਮੇਰਾ ਇਕੱਲੇ ਦਾ ਕੀ ਕਸੂਰ ਹੈ? ਤੇ ਮੈਂ ਤੇ ਸਾਰਿਆਂ ਦੇ ਨਾਲ ਹੀ ਹਾਂ। ਉਹ ਮੰਨਦੇ ਨੇ ਤੇ ਮੈਂ ਵੀ ਮੰਨਦਾ। ਅੱਜ ਸਮਾਂ ਸਮਾਪਤ ਹੈ। ਸਤਿਗੁਰ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸਰਵਣ ਕਰੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ